सो ईश्वर और जीव भी अनादि कल्पित है। तिनमें ईश्वर की उपाधि माया एक है और अपेक्षा व्यापक है। तीसरे ईश्वर भी एक है और व्यापक है। ਆਪਾਂ ਪ੍ਰਕਿਰਤੀ ਦੇ ਸੰਬੰਧ ਵਿੱਚ ਪੜ੍ਹ ਰਹੇ ਹਾਂ ਨਾ ਕਿ ਉਹ ਪ੍ਰਕਿਰਤੀ ਦੇ ਅੱਗੇ ਕਿੰਨੇ ਭਾਗ ਹੋ ਗਏ। ਇੱਕ ਹੈ ਮਾਇਆ, ਇੱਕ ਹੈ ਵਿਦਿਅਕ, ਤਮਾ ਪ੍ਰਧਾਨ ਪ੍ਰਕਿਰਤੀ। ਇਹ ਤਿੰਨਾਂ ਨੂੰ ਪਾ ਕੇ ਤਿੰਨ ਰੂਪਾਂ ਵਿੱਚ ਹੋ ਜਾਂਦੀ ਪ੍ਰਕਿਰਤੀ। ਅਤੇ ਤਿੰਨ ਵਿੱਚ ਕਈਏ ਕਹਿੰਦੇ ਵੀ ਜੋ ਸ਼ੁੱਧ ਸਤੋ ਗੁਣ ਪ੍ਰਧਾਨ ਆ ਉਹ ਹੈ ਮਾਇਆ। ਸ਼ੁੱਧ ਸਤੋ ਗੁਣ ਕੀ ਆ? ਜਿਵੇਂ ਆ ਬਿਲਕੁਲ ਉੱਜਲ ਸ਼ੀਸ਼ਾ ਹੋਵੇ ਨਾ, ਜਿਵੇਂ ਉੱਜਲ ਸ਼ੀਸ਼ੇ 'ਚ ਹੀ ਪ੍ਰਤੀਬਿੰਬ ਬਣਦਾ, ਠੀਕ ਹੈ ਨਾ। ਅਤੇ ਮਾਇਆ ਕੀ ਹੈ? ਸ਼ੁੱਧ ਸਤੋ ਗੁਣ ਸਹਿਤ ਆ। ਅਤੇ ਸ਼ੁੱਧ ਸਤੋ ਗੁਣ ਜਿਹੜੀ ਕਹਿ ਲਓ ਜਾਂ ਮਾਇਆ ਕਹਿ ਲਓ, ਇੱਕੋ ਗੱਲ ਹੀ। ਅਤੇ ਉਸ ਸ਼ੁੱਧ ਸਤੋ ਗੁਣ ਸਹਿਤ ਮਾਇਆ ਦੇ ਵਿੱਚ ਹੀ ਪ੍ਰਤੀਬਿੰਬ ਬਣ ਸਕਦਾ, ਕਿਉਂਕਿ ਸ਼ੀਸ਼ੇ ਜਿਹੜਾ ਸ਼ੀਸ਼ਾ ਉੱਜਲ ਉਹਦੇ ਵਿੱਚ ਪ੍ਰਤੀਬਿੰਬ ਬਣਦਾ ਨਾ। ਅਤੇ ਉਹ ਸ਼ੁੱਧ ਸਤੋ ਗੁਣ ਦੇ ਹੋਣੇ ਕਰਕੇ ਹੀ ਜਿਹੜਾ ਬ੍ਰਹਮ ਦਾ ਪ੍ਰਤੀਬਿੰਬ ਬਣਦਾ ਉਹ ਈਸ਼ਵਰ ਬਣਦਾ, ਜਿਸ ਕਰਕੇ ਈਸ਼ਵਰ ਸਰਬੱਗ ਹੈ। ਸਰਬੱਗ ਹੋਣੇ ਕਰਕੇ ਹੀ ਉਹ ਜਗਤ ਦਾ ਕਰਤਾ, ਜਗਤ ਨੂੰ ਬਣਾਉਣ ਵਾਲਾ ਹੈ। ਅਤੇ ਸਰਬ ਕਲਾ ਗਿਆਤਾ, ਸਭ ਦੀਆਂ ਜਾਣਨ ਵਾਲਾ ਹੈ, ਅੰਤਰਜਾਮੀ। ਅਤੇ ਜੋ ਮਲਣ ਸਤੋ ਗੁਣ ਦੇ ਸਹਿਤ ਹੈ, ਜਿਸ ਵਿੱਚ ਮਲਣ ਸਤਵ ਗੁਣ ਪ੍ਰਧਾਨ ਆ, ਉਹ ਹੈ ਅਵਿਦਿਆ। ਅਤੇ ਅਵਿਦਿਆ ਵਾਲਾ ਕੀ ਹੈ? ਜੀਵ। ਕਿਉਂਕਿ ਮਲਣ ਸਤੋ ਗੁਣ ਆਪ ਜੀ ਨੂੰ ਪਤਾ ਹੀ ਹੈ, ਪੜ੍ਹਿਆ ਹੀ ਹੈ ਕਿ ਜਿਹੜਾ ਰਜੋਤਮ ਗੁਣ ਦੇ ਹੇਠਾਂ ਰਹਿੰਦਾ, ਤਾਂ ਰਜੋਤਮ ਗੁਣ ਦੱਬਦਾ ਨਹੀਂ, ਸਗੋਂ ਆਪ ਦੱਬਿਆ ਰਹਿੰਦਾ, ਮਲਣ ਸਤੋ ਗੁਣ ਆ। ਅਤੇ ਜੀਵ ਦੀ ਇਹੀ ਹਾਲਤ ਹੈ, ਕਿਉਂਕਿ ਜਿੱਥੇ ਸ਼ੁੱਧ ਸਤੋ ਗੁਣ ਆ ਉੱਥੇ ਤਾਂ ਗਿਆਨ ਆ, ਅਤੇ ਜਿੱਥੇ ਸਤੋ ਗੁਣ ਹੀ ਆਪ ਦੱਬਿਆ ਹੋਇਆ ਉੱਥੇ ਗਿਆਨ ਨਹੀਂ ਨਾ ਰਹਿੰਦਾ ਹੈ। ਉੱਥੇ ਮੂਰਖਪੁਣਾ, ਅਲਪਗਤਾ, ਬੇਵਕੂਫੀ, ਬੇਸਮਝੀ, ਇਹ ਕੁਝ ਰਹਿੰਦਾ ਹੈ। ਅਤੇ ਮਲਣ ਸਤੋ ਗੁਣ ਤੁਸੀਂ ਇਵੇਂ ਸਮਝ ਲਓ ਜਿਵੇਂ, ਕਿਉਂਕਿ ਸਤੋ ਗੁਣ ਅਤੇ ਸਤੋ ਗੁਣ ਹੀ ਸ਼ੀਸ਼ਾ ਦੇ ਸ਼ੀਸ਼ਾ ਹੀ ਹੈ, ਭਾਵੇਂ ਉੱਜਲ ਹੈ, ਸਾਫ਼ ਹੈ, ਚਾਹੇ ਉਹ ਮੈਲਾ ਹੈ। ਇਸੇ ਤਰ੍ਹਾਂ ਸਤੋ ਗੁਣ ਦੇ ਵਾਂਗ ਜਿਵੇਂ ਆਈਨਾ ਹੁੰਦਾ ਹੈ, ਅਤੇ ਆਈਨਾ ਧੁੰਦਲਾ ਹੋਵੇ ਤਾਂ ਵੀ ਪ੍ਰਤੀਬਿੰਬ ਬਣਦਾ ਹੀ ਬਣਦਾ, ਪਰ ਇਹ ਵੀ ਸਾਫ਼ ਨਹੀਂ ਨਜ਼ਰੀ ਆਉਂਦਾ। ਇਸੇ ਤਰ੍ਹਾਂ ਜੋ ਮਲਣ ਸਤੋ ਗੁਣ ਹੈ ਨਾ, ਅਵਿਦਿਆ, ਅਤੇ ਅਵਿਦਿਆ ਦੀ ਉਪਾਧੀ ਵਾਲਾ ਜੋ ਜੀਵ ਹੈ, ਇਸੇ ਕਰਕੇ ਜੀਵ ਕੀ ਆ? ਅਲਪੱਗ ਹੈ। ਅਲਪੱਗ ਜੀਵ ਆ, ਅਲਪ ਗਿਆਨੀ ਹੈ, ਬੇਵਕੂਫ, ਕਿ ਇਹਨੂੰ ਸਮਝ ਕੋਈ ਨਹੀਂ ਆਉਂਦੀ, ਸਮਝ ਇਹਨੂੰ ਕੋਈ ਨਹੀਂ ਆਉਂਦੀ। ਤਾਂ ਵੀ ਉਹ ਆਪਣੇ ਸਰੂਪ ਦੀ ਗਿਆਤ ਨਹੀਂ ਨਾ ਹੁੰਦੀ। ਜਿਵੇਂ ਸ਼ੀਸ਼ਾ ਧੁੰਦਲਾ ਹੋਵੇ ਤਾਂ ਉਹਦੇ ਵਿੱਚ ਆਪਣਾ ਸਰੂਪ ਨਜ਼ਰ ਹੀ ਨਹੀਂ ਆਉਂਦਾ ਕਿਸ ਤਰ੍ਹਾਂ ਦਾ ਹੈ, ਵਾਸਤਵਿਕ ਸਰੂਪ ਨਜ਼ਰ ਹੀ ਨਹੀਂ ਆਉਂਦਾ। ਪ੍ਰਤੀਬਿੰਬ ਤੇ ਬਣ ਜਾਂਦਾ, ਪਰ ਵਾਸਤਵਿਕ ਰੂਪ ਵਿੱਚ ਨਹੀਂ ਆਉਂਦਾ ਵੀ ਮੇਰਾ ਰੂਪ, ਮੇਰਾ ਚਿਹਰਾ ਕਿਹਦਾ ਹੈ। ਇਸੇ ਤਰ੍ਹਾਂ ਜਿਹੜਾ ਜੀਵ ਆ ਉਹ ਅਵਿਦਿਆ, ਮਲਣ ਸਤੋ ਗੁਣ ਸਹਿਤ ਜੋ ਪ੍ਰਧਾਨ ਅਵਿਦਿਆ ਆ, ਮਲਣ ਸਤੋ ਗੁਣ ਦੇ ਸਹਿਤ, ਉਹ ਅਵਿਦਿਆ ਦੇ ਵਿੱਚ ਜੋ ਬ੍ਰਹਮ ਦਾ ਪ੍ਰਤੀਬਿੰਬ ਪੈਂਦਾ ਹੈ, ਅਤੇ ਉਹ ਹੈ ਜੀਵ। ਅਤੇ ਅਧਿਸ਼ਠਾਨ ਕਿਹਨੂੰ ਕਹਿੰਦੇ ਆ? ਅਧਿਸ਼ਠਾਨ ਕਹਿੰਦੇ ਆ ਆਸਰੇ ਨੂੰ। ਸ਼ੀਸ਼ਾ ਕੋਈ, ਜਿਵੇਂ ਸ਼ੀਸ਼ੇ ਦਾ ਆਸਰਾ ਜਿੱਥੇ ਸ਼ੀਸ਼ਾ ਲੱਗਾ ਹੁੰਦਾ ਹੈ, ਕੰਧ ਹੈ, ਦੀਵਾਰ, ਉਹਦਾ ਆਸਰਾ ਹੀ ਹੁੰਦੀ ਹੈ ਨਾ। ਉੱਦਾਂ ਸ਼ੀਸ਼ਾ ਟਿਕ ਹੀ ਨਹੀਂ ਸਕਦਾ। ਜੇ ਹੱਥ 'ਚ ਫੜੋਗੇ ਤਾਂ ਹੱਥ ਉਹਦਾ ਆਧਾਰ ਹੈ। ਇਸੇ ਤਰ੍ਹਾਂ ਸਾਰਿਆਂ ਦਾ ਆਧਾਰ ਕੀ ਆ? ਅਧਿਸ਼ਠਾਨ ਕੀ ਆ? ਬ੍ਰਹਮ। ਮਾਇਆ ਦਾ ਅਧਿਸ਼ਠਾਨ ਆਸਰਾ ਬ੍ਰਹਮ ਆ। ਅਤੇ ਇਸੇ ਤਰ੍ਹਾਂ ਹੀ ਅਵਿਦਿਆ ਦਾ ਅਧਿਸ਼ਠਾਨ ਕੀ ਆ? ਉਹ ਵੀ ਬ੍ਰਹਮ ਹੀ ਹੈ, ਜਿਹਨੂੰ ਕੂਟਾਸਥ ਕਹਿ ਦਿੱਤਾ ਇੱਥੇ। ਸੋ ਅਧਿਸ਼ਠਾਨ ਕੂਟਾਸਥ ਔਰ ਅਵਿਦਿਆ ਸਹਿਤ ਭੋਗਤਾ ਅਲਪੱਗ ਜੀਵ ਕਹੀ ਹੈ। ਅਧਿਸ਼ਠਾਨ ਬ੍ਰਹਮ ਚੇਤਨ ਹੀ, ਪਰ ਕੂਟਾਸਥ ਕਿਉਂ ਕਹਿ ਦਿੱਤਾ ਹੈ? ਕਿਉਂਕਿ ਅਵਿਦਿਆ ਕੀ ਹੈ? ਪ੍ਰਛਿੰਨ ਹੈ। ਜਿਹਦੀ ਸੀਮਾ ਹੋਵੇ ਉਹ ਅਵਿਦਿਆ ਹੈ। ਅੱਜ ਜਿੰਨੇ ਅਸੀਂ ਜੀਵ ਲੋਕ ਹਾਂ, ਅਸੀਂ ਅਵਿਦਿਆ ਦੇ ਸਹਿਤ ਹਾਂ। ਇੱਕ ਨਾ ਹੁਣ ਅਵਿਦਿਆ ਨਾ ਠੀਕ ਹੈ ਨਾ, ਜਿਸ ਕਰਕੇ ਜੀਵ ਵੀ ਨਾ
ਮਤਲਬ ਜਿੰਨੇ ਘੜੇ ਹੋਣ ਨਾ, ਜਿੰਨੇ ਘੜੇ ਹੋਣ ਤੇ ਉਹ ਘੜੇ ਦੀਆਂ ਉਪਾਧੀਆਂ ਕਰਕੇ ਉਨੇ ਹੀ ਜਿਹੜੇ ਆ ਉਹ ਆਕਾਸ਼ ਬਣ ਜਾਂਦੇ। ਠੀਕ ਹੈ। ਮਾਇਆ ਇਸੇ ਤਰ੍ਹਾਂ ਇੱਕ ਹੀ ਹੈ। ਉਹ ਅੰਤःਕਰਨ ਦੀ ਆਬਾਦੀ ਕਰਕੇ ਅਵਿਦਿਆ ਦੀ ਆਬਾਦੀ, ਜਦੋਂ ਅੰਤःਕਰਨ ਰੂਪੀ ਘੜੇ ਦੇ ਵਿੱਚ ਮਾਇਆ ਦਾ ਜਿੰਨਾ ਹਿੱਸਾ ਆ ਜਾਂਦਾ ਹੈ ਨਾ, ਉਹੀ ਅਵਿਦਿਆ ਵਾਲਾ ਹਿੱਸਾ ਹੈ। ਠੀਕ ਹੈ ਨਾ। ਤੇ ਉਹ ਅਵਿਦਿਆ ਜਿੰਨੇ ਜੀਵ ਉਨੀਆਂ ਅਵਿਦਿਆ, ਜੀਵ ਵੀ ਨਾਨ, ਅਵਿਦਿਆ ਵੀ ਨਾਨ। ਠੀਕ ਹੈ। ਇਸ ਕਰਕੇ ਉਸ ਦੇਹ ਵਿੱਚ ਹੀ, ਅੰਤःਕਰਨ ਦੇ ਵਿੱਚ ਜਿੱਥੇ ਅਵਿਦਿਆ ਉੱਥੇ ਹੀ ਕਿਹਦਾ ਸੰਬੰਧ ਹੈ? ਵਿਆਪਕ ਬ੍ਰਹਮ ਚੇਤਨ ਦਾ, ਜੋ ਆਤਮਾ ਰੂਪ ਵਿੱਚ ਜਿਸ ਨੂੰ ਕਹਿ ਦਿੰਦੇ ਆ, ਜਿੰਨਾ ਅੰਤःਕਰਨ ਦੇ ਵਿੱਚ ਹਿੱਸਾ ਹੁੰਦਾ ਹੈ। ਇਸ ਕਰਕੇ ਉਸ ਅਵਿਦਿਆ ਦਾ ਆਸਰਾ ਵੀ ਕੌਣ ਹੈ? ਅਧਿਸ਼ਠਾਨ ਕੌਣ ਹੈ? ਉਹ ਹੈ ਬ੍ਰਹਮ ਚੇਤਨ ਹੀ। ਉਹਨੂੰ ਕੁਟਸਥ ਕਿਹਾ, ਮਤਲਬ ਜਿੰਨਾ ਅਵਿਦਿਆ ਦੇ, ਜਿੰਨੀ ਕੁ ਅਵਿਦਿਆ ਪ੍ਰਛਿੰਨ ਜਿਹਦੀ ਸੀਮਾ ਹੱਦ ਹੈ, ਉਹਨਾਂ ਕੁ ਹਿੱਸਾ ਜੋ ਬ੍ਰਹਮ ਚੇਤਨ ਦਾ ਆਇਆ ਨਾ, ਉਸੇ ਦਾ ਨਾਮ ਕੂਟਸਥ ਹੈ। ਕੂਟ ਅਸਤ, ਜੋ ਪਹਾੜ ਵਾਂਗ ਅਸਥਿਤ ਹੈ। ਅਜੀਵ ਦਾ ਹੁੰਦਾ ਨਹੀਂ ਨਾ ਜੰਮਣ ਮਰਨ, ਜੀਵਨ ਮਰਨ ਹੁੰਦਾ ਹੀ ਨਾ, ਜੰਮਦਾ ਹੈ, ਮਰਦਾ ਹੈ ਤੇ ਦੁੱਖ ਸੁੱਖ ਭੋਗਦਾ ਰਹਿੰਦਾ ਹੈ। ਉਧਾਰ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਉਧਾਰ ਉਸੇ ਤਰ੍ਹਾਂ ਆਤਮਾ ਚੇਤਨ ਉਸੇ ਤਰ੍ਹਾਂ ਰਹਿੰਦਾ ਹੈ। ਪਰ ਅਵਿਦਿਆ ਕਰਕੇ ਜੋ ਦੁੱਖ ਸੁੱਖ ਜੰਮਣ ਮਰਨ ਹੋ ਰਿਹਾ ਹੈ, ਇਹ ਲੀਲਾ ਹੁੰਦੀ ਰਹਿੰਦੀ। ਅਧਿਸ਼ਠਾਨ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਉਸੇ ਦਾ ਨਾਮ ਹੀ ਕੁਟਸਥ ਹੈ। ਜੋ ਮਤਲਬ ਜੇ ਅੰਤःਕਰਨ ਵਿੱਚ ਜਿੱਥੇ ਅਵਿਦਿਆ ਹੈ, ਉੱਥੇ ਹੈ ਆਤਮਾ ਚੇਤਨ, ਤੇ ਉਹ ਆਤਮਾ ਚੇਤਨ ਇਸ ਅਵਿਦਿਆ ਦਾ ਵੀ ਆਸਰਾ ਹੈ। ਤੇ ਉਹੀ ਅਧਿਸ਼ਠਾਨ ਹੈ। ਇਹ ਤੇ ਉਸੇ ਨੂੰ ਕੁਟਸਥ ਕਹਿੰਦੇ ਹਨ। ਵਿਆਪਕ ਮਾਇਆ ਦਾ ਜੋ ਆਧਾਰ ਹੈ, ਆਸਰਾ ਹੈ, ਉਹ ਹੋ ਗਿਆ ਬ੍ਰਹਮ ਚੇਤਨ। ਤੇ ਜੋ ਅਵਿਦਿਆ ਪ੍ਰਛਿੰਨ ਰੂਪ ਹੈ, ਜਿਸ ਦੀ ਸੀਮਾ ਹੋਵੇ, ਉਹਨੂੰ ਪ੍ਰਛਿੰਨ ਕਹਿੰਦੇ ਆ। ਜੋ ਉਹਨੇ ਥਾਂ ਦੇ ਵਿੱਚ ਹੈ ਅਵਿਦਿਆ, ਜਿਹਨੇ ਥਾਂ 'ਚ, ਉਸ ਦਾ ਜੋ ਆਸਰਾ ਹੈ, ਉਹਨੂੰ ਉਹ ਹੈ ਆਤਮਾ ਚੇਤਨ। ਉਹਨੂੰ ਹੀ ਕੂਟਸਥ ਕਿਹਾ ਹੈ। ਬ੍ਰਹਮ ਚੇਤਨ ਦੇ ਹਿੱਸੇ ਨੂੰ ਕੂਟਸਥ ਕਿਹਾ ਹੈ। ਤੇ ਜੀਵ ਕੀ ਆ? ਅਵਿਦਿਆ ਦੇ ਸਹਿਤ ਭੋਗਤਾ ਵਾਲਾ, ਭਾਵ ਭੋਗਦਾ ਹੈ ਦੁੱਖ ਸੁੱਖ, ਹੈ ਨਾ, ਦੁੱਖ ਸੁੱਖ ਭੋਗਦਾ ਹੈ। ਜੋ ਭੋਗਦਾ ਹੈ ਉਹ ਹੈ ਅਲਪਾਗ, ਜੋ ਕਰਤਾ ਹੈ ਉਹ ਹੈ ਸਰਬੱਗ। ਇਸੇ ਕਰਕੇ ਅਲਪ ਗਿਆਨੀ, ਜਿਹਨੂੰ ਬੇਵਕੂਫ ਵੀ ਕਹਿ ਲਓ, ਕੋਈ ਗੱਲ ਨਹੀਂ ਹੈ, ਕੋਈ ਫਰਕ ਨਹੀਂ ਪੈਂਦਾ। ਜੀਵ ਜੀਤਾ, ਜੋ ਜੀਵ ਬਣ ਗਿਆ, ਉਹ ਹਮੇਸ਼ਾ ਅਲਪਾਗੀ ਹੀ ਹੈ। ਅਲਪਾਗ ਜੀਵ ਨਾਂ ਦੇ ਦਿੱਤਾ ਨਾ, ਅਲਪਾਗ ਜੀਵ ਕਹੀ ਹੈ। ਅਲਪ ਗਿਆਨੀ, ਜਿਸ ਦੀ ਬੁੱਧੀ ਰਹਿ ਥੋੜ੍ਹੀ ਥੋੜ੍ਹੀ ਹੈ, ਜਿਹਦੀ ਬੇਅੰਤ ਗਿਆਤ ਹੈ, ਜਿਹਨੂੰ ਬੇਅੰਤ ਗਿਆਨ, ਉਹ ਹੈ ਈਸ਼ਵਰ। ਉਹ ਸਰਬੱਗ ਹੈ। ਇਸੇ ਕਰਕੇ ਜਗਤ ਦਾ ਕਰਤਾ ਹੈ, ਕਿਉਂਕਿ ਉਹ ਸ਼ੁੱਧ ਸਤੋਗੁਣ ਦੀ ਸਹਿਤ ਹੈ। ਤੇ ਸ਼ੁੱਧ ਸਤੋਗੁਣ ਜਿੱਥੇ ਸੇ ਗਿਆਨ ਹੁੰਦਾ ਹੈ। ਜਿੱਥੇ ਮਲਣ ਸਤੋਗੁਣ ਹੈ, ਉੱਥੇ ਰਾਜਸੀ ਸੁਭਾਅ, ਤਾਮਸੀ ਸੁਭਾਅ। ਇਸ ਕਰਕੇ ਉੱਥੇ ਅਵਿਦਿਆ ਹੈ, ਉੱਥੇ ਅਗਿਆਨ ਹੈ। ਜਿੱਥੇ ਅਵਿਦਿਆ ਅਗਿਆਨ ਹੈ, ਬੇਸਮਝੀ ਬੇਵਕੂਫੀ, ਉੱਥੇ ਅਲਪਾਗਪੁਣਾ ਹੈ। ਇਸ ਕਰਕੇ ਜੀਵ ਅਲਪਾਗ ਹੈ, ਈਸ਼ਵਰ ਸਰਬੱਗ ਹੈ। ਤਮੋ ਪ੍ਰਧਾਨ ਪ੍ਰਕਿਰਤੀ, ਆਪਾਂ ਪੜ੍ਹਿਆ ਸੀ ਵੀ ਤਮੋ ਗੁਣ ਦੀ ਮੁਖਿਅਤਾ ਕਰਕੇ ਯੁਕਤ ਹੈ, ਸੋ ਤਮ ਪ੍ਰਧਾਨ ਪ੍ਰਕਿਰਤੀ ਹੈ। ਇਹਦੇ ਵਿੱਚ ਜਿਹੜੀ ਤਮੋ ਪ੍ਰਧਾਨ ਪ੍ਰਕਿਰਤੀ ਨਾ, ਭਾਵ ਇਹਦੇ ਵਿੱਚ ਤਮੋ ਹੀ ਗੁਣ ਹੈ ਬਿਲਕੁਲ। ਇਸ ਦੇ ਬਸ ਤਮੋ ਗੁਣ ਸਭ ਤੋਂ ਮਾੜਾ, ਸਭ ਤੋਂ ਥੱਲੇ। ਤੇ ਤਮੋ ਗੁਣ ਦੀ ਇੱਥੇ ਪ੍ਰਧਾਨਤਾ, ਤਮਾ ਪ੍ਰਧਾਨ ਪ੍ਰਕਿਰਤੀ। ਜੋ ਮਤਲਬ ਜੜ ਹੈ, ਉਹ ਸਾਰੇ ਤਮੋ ਪ੍ਰਧਾਨ ਪ੍ਰਕਿਰਤੀ ਹੈ। ਜਿਵੇਂ ਪੱਥਰ, ਰੁੱਖ, ਪੱਤੇ, ਹੈ ਨਾ, ਤੇ ਪਹਾੜ, ਇਹ ਸਭ ਕੀ ਆ? ਤਮੋ ਪ੍ਰਧਾਨ ਪ੍ਰਕਿਰਤੀ ਹੈ। ਇਹਦੇ ਵਿੱਚ ਚੇਤਨ ਨਹੀਂ ਹੈ, ਵਿਆਪਕ ਰੂਪ ਵਿੱਚ ਹੈ, ਪਰ ਇਹਦਾ ਆਸਰਾ ਹੈ। ਇਹਦੇ ਵਿੱਚ ਨਹੀਂ, ਆਸਰਾ ਹੈ ਇਹਨਾਂ ਦਾ। ਠੀਕ ਹੈ ਨਾ।
ਇਹਦਾ ਆਸਰਾ ਹੈ। ਇੱਥੇ ਇਹ ਨਹੀਂ ਕਿਹਾ ਵੀ ਚੇਤਨ ਇਹਦਾ ਆਸਰਾ ਨਹੀਂ ਹੈ। ਤਮੋ ਗੁਣ ਕਿਹਾ ਨਾ ਵੀ ਇਸੇ ਬਸ ਜੜਤਾ ਰੂਪ ਹੀ ਹੈ। ਮਤਲਬ ਇਹ ਚੇਤਨ ਸਭ ਦਾ, ਕਿਉਂਕਿ ਆਸਰਾ ਤਾਂ ਹੈ ਇਹ ਚੇਤਨ, ਜਿਸ ਦੇ ਵਿੱਚ ਨਹੀਂ ਇਸ ਦਾ ਆਸਰਾ ਹੈ। ਆ ਪੱਥਰ ਹੋ ਗਏ, ਕਿਉਂਕਿ ਜਿੱਥੇ ਪਏ ਉੱਥੇ ਪਏ ਰਹਿੰਦੇ ਆ, ਰੁੱਖ ਵੀ ਕਿ ਤਾਂ ਖੜੇ ਰਹਿੰਦੇ। ਅਤੇ ਹਵਾ ਦੇ ਨਾਲ ਪੱਤੇ ਉੱਡ ਜਾਂਦੇ, ਪਰ ਉੱਦਾਂ ਦੇ ਪਏ ਰਹਿੰਦੇ ਨੇ ਕਥਾ। ਇਸੇ ਤਰ੍ਹਾਂ ਵਿਦਵਾਨ ਲੋਕ ਤਾਰਿਆਂ ਨੂੰ ਵੀ ਤਮੋ ਪ੍ਰਧਾਨ ਪ੍ਰਕਿਰਤੀ ਵਿੱਚ ਗਿਣਦੇ ਆ, ਚੰਦਰਮਾ ਨੂੰ ਵੀ ਇਹ ਤਮੋ ਪ੍ਰਧਾਨ ਪ੍ਰਕਿਰਤੀ ਨਾਲ ਵਿੱਚ ਆਉਂਦੇ ਆ। ਇਸ ਤਰ੍ਹਾਂ ਵਿਦਵਾਨ ਕਹਿੰਦੇ। ਤਮੋ ਗੁਣ ਜਿਹੜੇ ਮੁਖਤਾ ਜਿਸ ਵਿੱਚ ਜ਼ਿਆਦੀ ਹੈ ਪ੍ਰਧਾਨਤਾ, ਉਹਨੂੰ ਕਹਿੰਦੇ ਹੈ ਤਮੋ ਪ੍ਰਧਾਨ ਪ੍ਰਕਿਰਤੀ, ਭਾਵ ਪਹਾੜ, ਪੱਥਰ, ਪੇੜ ਇਤਿਆਦਿਕ ਜੋ ਚੀਜ਼ਾਂ ਹੈ। ਸੋ ਕਹਿੰਦੇ ਆ ਵੀ ਈਸ਼ਵਰ ਔਰ ਜੀਵ ਵੀ ਅਨਾਦਿ ਕਲਪਿਤ ਹੈ। ਹੁਣ ਜੀਵ ਈਸ਼ ਅਨਾਦਿ ਕਲਪਿਤ ਕਿਵੇਂ ਹੈ? ਕਿਉਂਕਿ ਆਪਾਂ ਪਿੱਛੇ ਪੜ੍ਹਿਆ ਨਾ, ਇਹ ਪ੍ਰਕਿਰਤੀ ਕੀ ਆ? ਅਨਾਦਿ ਕਲਪਿਤ। ਅਤੇ ਉਹ ਪ੍ਰਕਿਰਤੀ ਦੇ ਅੱਗੇ ਹਿੱਸੇ ਹੋਏ ਹੈ ਮਾਇਆ ਅਤੇ ਅਵਿਦਿਆ। ਅਤੇ ਹੁਣ ਈਸ਼ਵਰ ਦੀ ਉਪਾਧੀ ਕੀ? ਮਾਇਆ। ਜੀਵ ਦੀ ਉਪਾਧੀ ਕੀ? ਅਵਿਦਿਆ। ਅਤੇ ਸ਼ੁੱਧ ਸਤੋਗੁਣ ਸਹਿਤ ਕੀ? ਮਾਇਆ। ਮਰਨ ਸਤੋਗੁਣ ਸਹਿਤ ਕੀ? ਅਵਿਦਿਆ। ਅਤੇ ਇਹ ਹਿੱਸਾ ਕਿਹਦਾ ਹੈ? ਪ੍ਰਕਿਰਤੀ ਦਾ। ਪ੍ਰਕਿਰਤੀ ਕੀ ਹੈ? ਅਨਾਦਿ। ਠੀਕ ਹੈ ਨਾ। ਅਤੇ ਇਹ ਜਿਹੜੀ ਅਵਿਦਿਆ ਬ੍ਰਹਮ ਦਾ ਪ੍ਰਤੀਬਿੰਬ ਕਰਕੇ, ਅਤੇ ਉਹਦਾ ਜੋ ਆਸਰ ਰੂਪ ਕੁਟਸਥ ਆ, ਇਹ ਹੋ ਗਿਆ ਅਲਪਗ ਜੀਵ। ਅਤੇ ਮਾਇਆ ਸਹਿਤ, ਅਤੇ ਮਾਇਆ ਵਿੱਚ ਜੋ ਪ੍ਰਤੀਬਿੰਬ ਬ੍ਰਹਮ ਦਾ ਹੋਇਆ ਹੈ, ਮਤਲਬ ਬ੍ਰਹਮ ਦਾ ਪ੍ਰਤੀਬਿੰਬ ਅਤੇ ਬ੍ਰਹਮ ਦੇ ਮਾਇਆ, ਇਹ ਹੋ ਗਿਆ ਈਸ਼ਵਰ। ਅਵਿਦਿਆ ਅਤੇ ਬ੍ਰਹਮ ਦਾ ਪ੍ਰਤੀਬਿੰਬ ਅਤੇ ਬ੍ਰਹਮ ਕਹਿ ਲਓ ਜਾਂ ਕੁਟਸਥ ਕਹਿ ਲਓ, ਇਹ ਤਿੰਨੇ ਮਿਲ ਕੇ ਕੀ ਹੋ ਗਿਆ? ਜੀਵ। ਹੁਣ ਕੁਟਸਥ ਬ੍ਰਹਮ ਵੀ ਅਨਾਦਿ ਹੈ ਅਤੇ ਚੇਤਨ ਬ੍ਰਹਮ ਵੀ ਅਨਾਦਿ ਹੈ। ਮਾਇਆ ਪ੍ਰਕਿਰਤੀ ਦਾ ਰੂਪ ਹੈ, ਅਤੇ ਮਾਇਆ ਕੀ ਹੋ ਗਈ? ਇਹ ਪ੍ਰਕਿਰਤੀ ਕੀ? ਅਨਾਦਿ ਅਤੇ ਕਲਪਿਤ ਹੈ ਨਾ। ਅਤੇ ਇਸੇ ਤਰ੍ਹਾਂ ਅਵਿਦਿਆ ਕਿਹਦਾ ਹਿੱਸਾ? ਪ੍ਰਕਿਰਤੀ ਦਾ। ਉਹ ਕੀ ਹੋ ਗਿਆ? ਪ੍ਰਕਿਰਤੀ ਅਨਾਦਿ ਕਲਪਿਤ ਹੈ, ਫਿਰ ਅਵਿਦਿਆ ਉਹਦੇ ਤੋਂ ਬਣੀ, ਉਹ ਵੀ ਅਨਾਦਿ ਕਲਪਿਤ ਹੋ ਗਈ। ਤਾਂ ਕਰਕੇ ਮਤਲਬ ਇਹਨਾਂ ਦੀ ਉਪਾਧੀਆਂ ਕੀ ਹੈ? ਜੀਵ ਈਸ਼ ਦੀਆਂ, ਈਸ਼ਵਰ ਦੀ ਮਾਇਆ ਅਤੇ ਜੀਵ ਦੀ ਅਵਿਦਿਆ। ਇਸ ਕਰਕੇ ਜੋ ਪ੍ਰਕਿਰਤੀ ਹੀ ਅਨਾਦਿ ਕਲਪਿਤ ਹੈ, ਉਸ ਤੋਂ ਬਣੀ ਹੋਈ ਵਸਤੂ ਵੀ ਅਨਾਦਿ ਕਲਪਿਤ ਹੈ। ਜਿਸ ਕਰਕੇ ਇਹਨਾਂ ਨੂੰ ਅਨਾਦਿ ਕਲਪਿਤ ਕਿਹਾ ਗਿਆ ਹੈ ਵੀ ਈਸ਼ਵਰ ਅਤੇ ਜੀਵ ਵੀ ਅਨਾਦਿ ਕਲਪਿਤ ਹੈ। ਕਿਉਂਕਿ ਉਹ ਈਸ਼ਵਰ ਅਤੇ ਜੀਵ ਕਿਸ ਤੋਂ ਬਣੇ ਆ? ਮਾਇਆ ਦੇ, ਪ੍ਰਕਿਰਤੀ ਦੇ ਹਿੱਸਿਆਂ ਤੋਂ। ਮਾਇਆ ਦਾ ਹੀ ਹਿੱਸਾ ਇਹ ਪ੍ਰਕਿਰਤੀ ਦਾ ਹਿੱਸਾ ਮਾਇਆ ਹੈ, ਪ੍ਰਕਿਰਤੀ ਦਾ ਹੀ ਹਿੱਸਾ ਜਿਹੜਾ ਅਵਿਦਿਆ ਹੈ, ਅਤੇ ਉਹਨਾਂ ਤੋਂ ਹੀ ਬਣੇ ਹੋਏ ਆ ਇਹ ਜੀਵ ਤੇ ਈਸ਼। ਇਸ ਕਰਕੇ ਇਹ ਅਨਾਦਿ ਕਲਪਿਤ ਹਨ। ਤਿੰਨ ਮੈਂ ਈਸ਼ਵਰ ਕੀ ਉਪਾਧੀ ਮਾਇਆ ਏਕ ਹੈ। ਹੁਣ ਈਸ਼ਵਰ ਦੀ ਉਪਾਧੀ ਕੀ ਆ? ਹੁਣੇ ਆਪਾਂ ਪੜ੍ਹਿਆ ਮਾਇਆ, ਜੋ ਸ਼ੁੱਧ ਸਤੋਗੁਣ ਸਹਿਤ ਹੈ। ਅਤੇ ਉਹ ਈਸ਼ਵਰ ਦੀ ਜੋ ਉਪਾਧੀ ਹੈ ਉਹ ਮਾਇਆ। ਉਹ ਮਾਇਆ ਕਿੰਨੀ ਹੈ? ਮਾਇਆ ਇੱਕੋ ਹੀ ਹੈ। ਅਪੇक्षक व्यापक है जिसते ईश्वर भी एक है, अव्यापक है। ईश्वर व्यापक ते एक क्यों है? क्योंकि ਉਹਦੀ ਉਪਾਧि ਜਿਸ ਤੋਂ ਈਸ਼ਵਰ ਬਣਿਆ ਹੈ। ਠੀਕ ਹੈ ਨਾ। ਉਹ ਮਾਇਆ ਹੈ ਇੱਕ, ਮਤਲਬ ਮਾਇਆ ਕੀ ਹੈ? ਇੱਕੋ ਹੀ ਹੈ। ਜਿੰਨੇ ਤੁਹਾਨੂੰ ਦਿਖ ਰਹੇ ਨਾ, ਸੂਰਜ, ਚੰਦ, ਤਾਰੇ, ਧਰਤੀ, ਆਕਾਸ਼, ਹਵਾ, ਜਲ, ਜੋ ਵੀ ਇਹ ਸਭ ਕੀ ਹੈ? ਮਾਇਆ। ਸਮਸ਼ਟੀ ਰੂਪ ਵਿੱਚ ਵੇਖਾਂਗੇ ਇਹ ਸਭ ਕੀ ਹੈ? ਮਾਇਆ। ਅਤੇ ਮਾਇਆ ਕਾਹਦੀ ਉਪਾਧੀ? ਈਸ਼ਵਰ ਦੀ। ਇਸ ਕਰਕੇ ਸਮਸ਼ਟੀ ਰੂਪ ਵਿੱਚ ਕੀ ਹੋ ਗਿਆ? ਇਹ ਈਸ਼ਵਰ ਦਾ ਵਿਰਾਟ ਸਰੂਪ, ਜਿੰਨਾ ਸੂਖਸ਼ਮ ਸਰੂਪ ਹੈ ਉਹ ਸਾਰਾ ਈਸ਼ਵਰ ਦਾ ਸੂਖਸ਼ਮ ਸਰੀਰ ਹੈ। ਠੀਕ ਹੈ। ਜਿੰਨਾ ਕਾਰਨ ਜੀਵਾਂ ਦੇ ਸਰੀਰ ਹੈ ਉਹ ਈਸ਼ਵਰ ਦਾ ਕਾਰਨ ਸਰੀਰ ਹੈ। ਸੋ ਰੋ ਵਿਚਾਰ ਵੀ ਈਸ਼ਵਰ ਦੀ ਉਪਾਧੀ ਕੀ ਹੈ? ਮਾਇਆ।
ਕਿਉਂਕਿ ਮਾਇਆ ਤੋਂ ਬਣਿਆ ਹੈ ਈਸ਼ਵਰ, ਤੇ ਉਹ ਈਸ਼ਵਰ ਦੀ ਪਦ ਜਦੋਂ ਮਾਇਆ ਇੱਕ ਹੋ ਗਈ ਤੇ ਇਸ ਕਰਕੇ ਈਸ਼ਵਰ ਵੀ ਇੱਕ ਹੋ ਗਿਆ। ਹੁਣ ਉਹ ਮਾਇਆ ਕੀ ਆ? ਵਿਆਪਕ ਹੈ, ਕਿਉਂਕਿ ਸਮਸ਼ਟੀ ਰੂਪ ਦੇ ਵਿੱਚ ਹੈ, ਤੇ ਇਸ ਕਰਕੇ ਈਸ਼ਵਰ ਵੀ ਸਮਸ਼ਟੀ ਰੂਪ ਦੇ ਵਿੱਚ, ਇਸ ਕਰਕੇ ਈਸ਼ਵਰ ਵੀ ਵਿਆਪਕ ਹੈ। ਅਪੇक्षक ਵਿਆਪਕ ਦਾ अर्थ ਇੱਥੇ ਉਹਨਾਂ ਨੇ ਟਿੱਪਣ ਵਿੱਚ ਲਿਖਿਆ ਹੈ कि जो किसी की अपेक्षा से व्यापक होवे और किसी की अपेक्षा से परिच्छिन्न होवे सो अपेक्षक व्यापक कहिए हैं। ठीक है, अपेक्षक व्यापक कहा जाता है। हुण सुन लो, वो अपेक्षक व्यापक की हुंदा है। जिस तरह हुण आ ग्रह है तो घर में जिन्नियां वस्तुआं पईयां होईयां सारियां वस्तुआं की है? छोटियां है। ਉਹ ਘਰ ਕੀ ਆ? ਵੱਡਾ ਹੈ। ਘਰ ਦੇ ਵਿੱਚ ਹੀ ਸਾਰੀ ਵਸਤੂ ਪਈਆਂ ਹਨ, ਹੈ ਨਾ। ਆ ਜਿੰਨਾ ਵੀ ਘਰ 'ਚ ਸਮਾਨ ਪਿਆ, ਮੰਜੇ ਆ ਪਏ, ਪੇਟੀਆਂ ਪਈਆਂ, ਟਰੰਕ ਪਏ ਆ, ਇਹ ਸਾਰੀਆਂ ਵਸਤੂਆਂ ਕੀ ਆ? ਘਰ ਦੇ ਵਿੱਚ ਆ। ਇਸ ਕਰਕੇ ਇਹ ਵਸਤੂਆਂ ਛੋਟੀਆਂ ਹੈ, ਘਰ ਵੱਡਾ ਹੈ, ਤੇ ਘਰ ਦੇ ਵਿੱਚ ਪਈਆਂ ਹੋਣ ਕਰਕੇ ਘਰ ਵਿਆਪਕ ਹੈ। ਵਿਆਪਕ ਸਾਰੇ ਮਤਲਬ ਸਾਰੇ ਬੰਨੇ ਘਰ ਹੈ ਤੇ ਵਸਤੂਆਂ ਵਿੱਚ ਪਈਆਂ ਹੋਈਆਂ। ਇਸ ਕਰਕੇ ਘਰ ਕੀ ਆ? ਜਿਹੜੇ ਘਰ ਦੀਆਂ ਵਸਤੂਆਂ ਦੇ तो अपेक्षक अपेक्षा से व्यापक है। ठीक है, क्योंकि घर व्यापक है ताई विच वस्तुएं पईयां ना। और ग्राम की अपेक्षा से परिच्छिन्न है। ठीक है, या तो अपेक्षक व्यापक है, इस करके अपेक्षक व्यापक कहा गया। क्यों भी हुण घर दियां वस्तुआं करके ते घर की आ? व्यापक आ। पर जिहड़ा घर आ, जदों हुण पिंड दी अपेक्षा तो वेखीए ਤੇ ਪਿੰਡ ਕੀ ਆ? ਵੱਡਾ ਆ। ਘਰ ਕੀ ਆ? ਛੋਟਾ। ਮਤਲਬ ਪਿੰਡ ਦੇ ਵਿੱਚ ਘਰ ਆ, ਇਸ ਕਰਕੇ ਪਰਛਿੰਨ ਆ। ਜਿਵੇਂ ਵਸਤੂ ਪਰਛਿੰਨ ਆ, ਘਰ ਵਿੱਚ ਵਸਤੂ ਪਈਆਂ ਉਹ ਕੀ ਆ? ਪਰਛਿੰਨ ਆ। ਘਰ ਦੀ ਅਪੇक्षा ਸੇ ਜਿਹੜੀਆਂ ਆਪਣੀਆਂ ਵਸਤੂਆਂ ਉਹ ਪਰਛਿੰਨ ਆ, ਕਿਉਂਕਿ ਵਸਤੂਆਂ ਦੀ ਸੀਮਾ ਥੋੜ੍ਹੀ ਥੋੜ੍ਹੀ ਥਾਂ 'ਚ ਪਈਆਂ। ਘਰ ਵਿਆਪਕ ਆ। ਇਸੇ ਤਰ੍ਹਾਂ ਘਰ ਕੀ ਆ? ਪਰਛਿੰਨ ਆ। ਗ੍ਰਾਮ ਦੀ ਅਪੇक्षा ਸੇ ਜਿਹੜਾ ਨਗਰ ਹੈ, ਪਿੰਡ ਹੈ ਜਾਂ ਸ਼ਹਿਰ ਆ, ਉਹਦੇ ਵਿੱਚ ਘਰ ਇੱਕ ਥੋੜ੍ਹੇ ਥਾਂ 'ਚ ਹੈ, ਬਾਕੀ ਸਾਰੇ ਬੰਨੇ ਨੂੰ ਕੀ ਨਗਰ ਕਿਹਾ ਜਾਂਦਾ ਹੈ। ਠੀਕ ਆ, ਇਸ ਕਰਕੇ ਘਰ ਛੋਟਾ ਪੈ ਜਾਂਦਾ ਹੈ ਨਗਰ ਅੱਗੇ, ਜਾਂ ਘਰ ਛੋਟਾ ਪੈ ਜਾਂਦਾ ਹੈ ਸ਼ਹਿਰ ਅੱਗੇ। ਵਸਤੂਆਂ ਛੋਟੀਆਂ ਪੈ ਜਾਂਦੀਆਂ ਹੈ ਘਰ ਅੱਗੇ। ਉਹ ਵਸਤੂਆਂ ਵਾਸਤੇ ਘਰ ਵਿਆਪਕ ਹੈ ਤੇ ਘਰ ਵਾਸਤੇ ਨਗਰ ਵਿਆਪਕ ਹੈ। तैसे माया भी पृथ्वी आदि की अपेक्षा से व्यापक कहिए हैं। अधिक देशवती है, अधिक बहुत ही देश वाली। पृथ्वी, धरती, सूरज, चांद, तारे, आकाश, पंज तत्त। पंज तत्तां तो जिन्ना भी बनया है कारज भौतिक पदार्थ, पंज तत्त ही तुसीं ला लो। पंज तत्तां की सारी सृष्टि है। सारी सृष्टि पंज तत्तां की बनी हुई। पंज तत्तां तो बाहर सृष्टि नहीं हैगी। ये जिन्ने भी पंज तत्त है माया तो पैदा होए हैं। ये माया ਦੇ ਵਿੱਚ ਹੀ ਹੈ। ਸੂਰਜ, ਚੰਦ, ਤਾਰੇ, ਚੰਦਰਮਾ, ਧਰਤੀ, ਆਕਾਸ਼, ਪਤਾਲ ਸਭ ਕੁਝ ਮਾਇਆ ਦੇ ਵਿੱਚ ਹੀ ਹੈ। ਇਸ ਕਰਕੇ ਮਾਇਆ ਇਹਨਾਂ ਦੀ ਅਪੇक्षा ਤੋਂ ਮਾਇਆ ਵਿਆਪਕ ਕਹੀਦੀ ਹੈ। ਪਰ ਬ੍ਰਹਮ ਕੀ ਅਪੇक्षा ਸੇ ਪਰਛਿੰਨ ਹੈ। ਪਰ ਬ੍ਰਹਮ ਅੱਗੇ ਮਾਇਆ ਅੱਗੇ ਸੂਰਜ, ਚੰਦਰਮਾ, ਤਾਰੇ ਸਭ ਛੋਟੇ ਪੈ ਜਾਂਦੇ, ਧਰਤੀ, ਆਕਾਸ਼, ਕਿਉਂਕਿ ਸਭ ਕੁਝ ਇਹ ਮਾਇਆ ਤੋਂ ਬਣਿਆ ਹੋਇਆ ਹੈ। पर ब्रह्म की अपेक्षा से परिच्छिन्न है, या तो अपेक्षक व्यापक है। पर ब्रह्म की अपेक्षा से परिच्छिन्न है, पर थोड़े मात्र है। परिच्छिन्न किनू कह देंगे? सीधा समझ लो, जिसकी सीमा होवे। व्यापक किनू कहते? जिसकी सीमा न होवे। हुण ब्रह्म माया तो भी वड्डा है। ब्रह्म संपूर्ण व्यापक है। ठीक है, क्योंकि ਸਾਰਿਆਂ ਦੇ ਸਾਰੇ ਮਾਇਆ ਦੇ ਵਿੱਚ ਆ ਜਾਂਦੇ ਤੇ ਮਾਇਆ ਬ੍ਰਹਮ ਵਿੱਚ ਆ ਜਾਂਦੀ ਹੈ। ਗ੍ਰੰਥਾਂ ਵਿੱਚ ਇਵੇਂ ਲਿਖਿਆ ਹੈ ਕਿ ਜਿਵੇਂ ਬ੍ਰਹਮ ਦਾ ਬਹੁਤ ਵਿਸ਼ਾਲ ਸਰੂਪ ਹੈ, ਤੇ ਜਿਵੇਂ ਸਾਡਾ ਆ ਮੁੱਖ ਹੈ ਨਾ, ਮੁਖੜਾ, ਤੇ ਮੁਖੜੇ ਦੇ ਉੱਤੇ ਆ ਜਿੱਦਾਂ ਬੁੱਲ੍ਹ ਦੇ ਉੱਪਰ, ਹੋਠਾਂ ਦੇ ਉੱਪਰ ਜਾਂ ਹੇਠਾਂ ਠੋਡੀ ਦੇ ਇੱਕ ਛੋਟਾ ਜਿਹਾ ਤਿਲ ਹੋਵੇ, ਮਾਸਾ ਕੁ ਤਿਲ। ਹੁਣ ਚਿਹਰਾ ਕਿੱਡਾ ਵੱਡਾ, ਸਰੀਰ ਕਿੱਡਾ ਵੱਡਾ ਹੈ, ਤੇ ਤਿਲ ਛੋਟਾ ਜਿਹਾ ਹੁੰਦਾ ਹੈ। ਇਹ ਤੇਲ ਸਮਝ ਲਓ ਕੀ ਆ? ਮਾਇਆ ਹੈ। ਤੇ ਉਸੇ ਵਿੱਚ ਹੀ ਜਿਹੜਾ ਹੈ ਆ ਸਾਰੀ ਸ੍ਰਿਸ਼ਟੀ ਰਚੀ, ਉਹਨੇ ਤੇਲ 'ਚ ਸਾਰੀ ਸ੍ਰਿਸ਼ਟੀ ਹੈ। ਮਤਲਬ ਬਾਕੀ ਉਹਦਾ ਸਾਰਾ ਸਰੂਪ ਸ਼ੁੱਧ ਹੈ। ਜਿੰਨੇ ਕੋ ਥਾਂ ਤੇਲ ਹੈ ਨਾ,
ਉੱਥੇ ਹੀ ਬਸ ਮਾਇਆ ਹੈ। ਤੇ ਉਹ ਮਾਇਆ ਦੇ ਜਦੋਂ ਉਹ ਉਨੇ ਕੁ ਥਾਂ 'ਚ ਸਾਰੀ ਸ੍ਰਿਸ਼ਟੀ ਹੈ ਤੇ ਉਹ ਮਾਇਆ ਤੇਲ ਵਾਂਗੂ ਸਾਰੇ ਵਿਆਪਕ ਹੋ ਗਈ। ਸਾਰੇ ਜਿੰਨੇ ਪੰਜ ਤੱਤਾਂ ਦੇ ਕਰਕੇ ਅਪੇਕਸ਼ਾ ਸੀ ਜਿਹੜੀ ਮਾਇਆ ਵਿਆਪਕ ਹੋ ਗਈ, ਉਹ ਤੇਲ ਮਾਤਰ। ਤੇ ਉਹ ਤੇਲ ਕੀ ਆ, ਬ੍ਰਹਮ ਰੂਪੀ ਜੋ ਚਿਹਰਾ ਹੈ ਉਸ ਉੱਪਰ ਹੈ। ਤੇ ਉਹ ਬ੍ਰਹਮ ਰੂਪੀ ਜੋ ਚਿਹਰਾ ਹੈ, ਸਰੀਰ ਹੈ, ਉਹ ਸਾਰਾ ਵਿਆਪਕ ਕਿਹਦੇ ਕਰਕੇ ਹੋ ਗਿਆ? ਮਾਇਆ ਦੇ, ਮਤਲਬ ਮਾਇਆ ਤੋਂ ਹੀ ਵੱਡਾ ਬ੍ਰਹਮ ਹੋ ਗਿਆ। ਇਸ ਕਰਕੇ ਬ੍ਰਹਮ ਕੀ ਅਪੇਕਸ਼ਾ ਸੇ ਪਰਛਿन्न ਹੈ, ਮਤਲਬ ਸੀਮਾ ਵਿੱਚ ਬਹੁਤ ਥੋੜੀ ਆ, ਐ ਥੋੜੀ ਦੇ ਤੇਲ ਬਰਾਬਰ ਹੈ। ਤਾਂ ਕਰਕੇ ਇੱਥੇ ਕਹਿ ਰਹੇ ਆ ਕਿ ईश्वर की उपाधि माया एक है, क्योंकि माया एक है इस करके ईश्वर भी एक है। और अपेक्षा व्यापक है, अपेक्षक व्यापक है। वो तुम समझा देता किस तरह है, सीधा जो समझ लो कि माया व्यापक है, इस करके ईश्वर भी व्यापक है। अगे जीव की उपाधि दस दे, जीव की उपाधि की अविद्या है। अविद्या की उपाधि वाला जीव है, माया की उपाधि वाला ईश्वर है। ਹੁਣ ਮਾਇਆ ਵਿਆਪਕ ਹੋ ਗਈ ਤੇ ਅਵਿਦਿਆ ਕੀ ਹੋ ਗਈ? ਨਾਨਾ ਰੂਪ ਵਿੱਚ ਦੱਸਿਆ ਨਾ, ਜਿਨੇ ਅੰਤःਕਰਨਾਂ ਦੇ ਵਿੱਚ ਹਿੱਸਾ ਹੈ ਨਾ ਮਾਇਆ ਦਾ, ਉਹ ਅਵਿਦਿਆ ਹੈ। ਠੀਕ ਹੈ ਜੀ। ਤੇ ਇਸ ਕਰਕੇ ਜੀਵ ਕਿਨੇ ਬੇਅੰਤ, ਅਵਿਦਿਆ ਨਾਨਾ ਹੈ, ਔ ਪਰਛਿन्न ਹੈ। ਅਵਿਦਿਆ ਜੀਵ ਕਿੰਨਾ ਕੁ ਹੈ? ਪਰਛਿन्न ਹੀ ਹੈ ਨਾ। ਜੀਵ ਵਿਆਪਕ ਤਾਂ ਨਹੀਂ ਹੈ, ਈਸ਼ਵਰ ਵਿਆਪਕ ਹੈ। ਜੀਵ ਤੇ ਆਪਾਂ ਤੇ ਥੋੜ੍ਹੇ ਥੋੜ੍ਹੇ ਥਾਂ 'ਚ ਹੀ ਹਾਂ, ਦੇਸ਼ ਕਾਲ ਵਸਤੂ ਪ੍ਰਛੇਦ ਸਹਿਤ ਹਾਂ। ਤੇ ਉਹ ਬ੍ਰਹਮ ਕਹਿ ਲਓ ਜਾਂ ਬ੍ਰਹਮ ਕਹਿ ਲਓ ਜਾਂ ਈਸ਼ਵਰ ਕਹਿ ਲਓ, ਉਹ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ। ਉਹ ਸਮੇਂ ਵਿੱਚ ਨਹੀਂ ਆਉਂਦਾ, ਇਲਾਕੇ ਦੇ ਵਿੱਚ ਉਹ ਸੀਮਿਤ ਨਹੀਂ ਹੈ, ਉਹ ਵਸਤੂ ਕਰਕੇ ਸੀਮਿਤ ਨਹੀਂ ਹੈ ਵੀ ਫਲਾਣੇ ਥਾਂ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਜੀਵ ਹੈ ਉਹ ਅਸੀਂ ਇੱਥੇ ਦੇਸ਼ ਕਰਕੇ ਆਹ ਇਲਾਕੇ 'ਚ ਆ, ਦੋ ਕਰਮਾਂ ਪਰੇ ਨਹੀਂ ਹੈਗੇ। ਠੀਕ ਹੈ। ਹਰ ਇੱਕ ਥਾਂ ਨੂੰ ਦੇਸ਼ ਕਿਹਾ ਜਾਂਦਾ ਹੈ। ਅਸੀਂ ਵਸਤੂ ਕਰਕੇ ਵੀ ਪਰਛਿन्न ਹਾਂ, ਅਸੀਂ ਸਮੇਂ ਕਰਕੇ ਵੀ ਹੁਣ ਇੱਥੇ ਆ ਸਮੇਂ ਦੇ, ਹੋਰ ਸਮੇਂ 'ਤੇ ਇੱਥੇ ਨਹੀਂ ਹੋਵਾਂਗੇ। ਇਸ ਕਰਕੇ ਸਿੱਧਾ ਕਹਿ ਲਓ ਵੀ ਅਵਿਦਿਆ ਨਾਨਾ ਹੈ ਔਰ ਪਰਛਿन्न ਰੂਪ ਹੈ, ਪਰ ਸੀਮਾ ਵਿੱਚ ਥੋੜ੍ਹੀ ਥਾਂ 'ਤੇ। ਇਸ ਤੇ ਜੀਵ ਵੀ ਨਾਨਾ ਹੈ ਔਰ ਪਰਛਿन्न ਹੈ। ਜਦੋਂ ਉਹਦੀ ਉਪਾਧੀ ਹੀ ਨਾਨਾ ਹੈ, ਪਰਛਿन्न ਹੈ, ਇਸ ਕਰਕੇ ਜੀਵ ਵਿਦਿਆ ਦੀ ਉਪਾਧੀ ਵਾਲਾ ਜੀਵ ਵੀ ਨਾਨਾ ਹੋ ਗਏ। ਅਸੀਂ ਅੱਜ ਸਰੀਰ ਜਿਹਨੂੰ ਦਿਖ ਰਿਹਾ ਉਹ ਜੀਵ ਹੀ ਹੈ ਨਾ, ਇਹ ਨਾਨਾ ਹੀ ਹੈ, ਇੱਕ ਥੋੜ੍ਹੀ ਦਿਖ ਰਿਹਾ ਹੈ। ਔਰ ਪਰਛਿन्न ਹੈ, ਸਾਰੇ ਆਪੋ ਆਪਣੀ ਸੀਮਾ ਦੇ ਵਿੱਚ ਹੈ, ਥੋੜ੍ਹੇ ਥੋੜ੍ਹੇ ਰੂਪ ਦੇ ਵਿੱਚ, ਥੋੜ੍ਹੇ ਥੋੜ੍ਹੇ ਸਥਾਨ 'ਤੇ। ਤਿੰਨ ਈਸ਼ਵਰ ਕਾ ਅਨਾਦਿ ਕਲਪਿਤ ਭੇਦ ਹੈ, ਤਿੰਨ ਜੀਵ ਈਸ਼ਵਰ ਕਾ। ਇਸ ਕਰਕੇ ਇਹ ਜੀਵ ਤੇ ਈਸ਼ਵਰ ਦਾ ਤਿੰਨ ਕੇ ਜੀਵ, ਉਹਨਾਂ ਭਾਵ ਜੀਵ ਤੇ ਈਸ਼ਵਰ ਦਾ ਅਨਾਦਿ ਕਲਪਿਤ ਭੇਦ ਹੈ। ਇਸ ਕਰਕੇ ਅਨਾਦਿ, ਕਿਉਂਕਿ ਜੀਵ ਈਸ਼ਵਰ ਪ੍ਰਕਿਰਤੀ ਤੋਂ ਬਣਿਆ, ਪ੍ਰਕਿਰਤੀ ਕੀ ਅਨਾਦਿ ਕਲਪਿਤ ਹੈ। ਉਸ ਤੋਂ ਜੋ ਵੀ ਬਣਿਆ ਅਨਾਦਿ ਕਲਪਿਤ ਹੀ ਹੈ। ਜੀਵ ਈਸ਼ਵਰ ਵੀ ਅਨਾਦਿ ਕਲਪਿਤ ਹੋ ਗਿਆ, ਇਸ ਕਰਕੇ ਇਹਨਾਂ ਦਾ ਭੇਦ ਵੀ ਅਨਾਦਿ ਕਲਪਿਤ ਹੋ ਗਿਆ। ਭਾਵ ਉਹ ਇਹ ਕਿੱਦਾਂ ਹੋ ਗਿਆ? ਹੁਣੇ ਆਪਾਂ ਪੜ੍ਹ ਤੇ ਲਿਆ ਵਾ ਵੀ ਈਸ਼ਵਰ ਕੀ ਆ? ਇੱਕ ਹੈ, ਫਿਰ ਵਿਆਪਕ ਹੈ। ਜੀਵ ਕੀ ਆ? ਨਾਨਾ ਹੈ, ਔਰ ਜਿਹੜਾ ਹੈ ਪਰਛਿन्न ਹੈ। ਇਸ ਕਰਕੇ ਇਸ ਭੇਦ ਕਰਕੇ ਜੋ ਜੀਵ ਤੇ ਈਸ਼ਵਰ ਅਨਾਦਿ ਕਲਪਿਤ ਆ, ਉਹਨਾਂ ਦਾ ਭੇਦ ਵੀ ਅਨਾਦਿ ਕਲਪਿਤ ਹੈ। ਠੀਕ ਹੈ ਜੀ। ਅੱਗੇ ਲੈ ਚਿੰਤਨ ਦਾ ਕਥਨ ਕਰਨ ਲੱਗੇ। ਜਿਵੇਂ ਸ੍ਰਿਸ਼ਟੀ ਦਾ ਲੈ ਚਿੰਤਨ ਕਿਵੇਂ ਹੁੰਦਾ, ਮਤਲਬ ਇੱਥੇ ਉਹਨਾਂ ਨੇ ਉਹ ਸਿੱਧ ਕਰਨਾ ਹੌਲੀ ਹੌਲੀ ਵੀ ਸ਼ੁੱਧ ਬ੍ਰਹਮ ਵਿੱਚ ਪ੍ਰਪੰਚ ਦਾ ਰੂਪ ਇਸ ਤਰ੍ਹਾਂ ਹੋਇਆ। ਤਾਂ ਕਰਕੇ ਵੀ ਉਹਦਾ ਲੈ ਚਿੰਤਨ ਕਿਵੇਂ ਹੋਇਆ, ਫਿਰ ਉਹ ਕਲਪਿਆ ਕਿਵੇਂ, ਉਹਦਾ ਰੂਪ ਜਿਹੜਾ ਹੈ ਸ਼ੁੱਧ ਬ੍ਰਹਮ ਵਿੱਚ ਕਲਪਿਤ ਹੋ ਜਿਹੜਾ ਹੈ ਕਲਪਿਆ ਹੋਇਆ ਇੱਕ ਅਰੂਪ ਆ, ਉਹ ਕਿਸ ਤਰ੍ਹਾਂ ਹੋਇਆ, ਉਹ ਸਾਰਾ ਦੱਸਣ ਲਈ ਅੱਗੇ ਬੜਾ ਸੋਹਣੇ ਢੰਗ ਦੇ ਨਾਲ ਵੱਖਰਾ ਵੱਖਰਾ ਪ੍ਰਕਰਨ ਬਣਾ ਕੇ ਦੱਸਣ ਲੱਗੇ ਆ ਪੀਤਾਂਬਰ ਜੀ। ਹੁਣੇ ਪਿੱਛੇ ਪੜ੍ਹਿਆ ਨਾ ਵੀ ਜੀਵ ਤੇ ਈਸ਼ਵਰ ਅਨਾਦਿ ਕਲਪਿਤ ਹੈ, ਉਹਨਾਂ ਦਾ ਭੇਦ ਵੀ ਅਨਾਦਿ ਕਲਪਿਤ ਹੈ। ਭਾਵ ਜੀਵ ਵੀ ਤੇ ਈਸ਼ਵਰ ਵੀ ਅਨਾਦਿ ਤੇ ਕਲਪਿਤ ਹੈ।
ਫਿਰ ਉਹਨਾਂ ਦਾ ਭੇਦ ਵੀ ਕਲਪਿਤ ਹੈ। ਜਦੋਂ ਉਹ ਹੀ ਕਲਪਿਤ ਹੋ ਗਏ ਹੈ ਤੇ ਫਿਰ ਉਹਨਾਂ ਦਾ ਭੇਦ ਵੀ ਕਲਪਿਤ ਹੀ ਹੋਣਾ। ਤਾਂ ਹੀ ਗੁਰੂ ਕਹਿੰਦੇ ਆ ਕਿ ਸਿੱਖ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ, ਪੂਰਵ ਮੀਮਾਂਸਾ ਕਰਕੇ ਨਾ ਭਜਨ ਬੰਦਗੀ ਸਿਮਰਨ ਕਰਕੇ ਆਪਣੇ ਗੁਰੂ ਦੀ ਸ਼ਰਨ ਲੈ ਕੇ ਤੇ ਉਸ ਮੰਜ਼ਿਲ ਤੱਕ ਪਹੁੰਚ ਜਾ ਕਿ ਜੋ ਵੇਦਾਂ ਦੇ ਮਹਾਂਵਾਕ ਕਹਿੰਦੇ ਨਾ ਤਤਵਮਸੀ, ਜੋ ਤੂੰ ਹੈ ਉਸ ਪਦਵੀ ਨੂੰ ਪ੍ਰਾਪਤ ਕਰ। ਨਾ ਤੂੰ ਜੀਵ ਹੈ, ਨਾ ਤੂੰ ਈਸ਼ਵਰ ਹੈ। ਮਤਲਬ ਨਾ ਤੇ ਈਸ਼ਵਰ ਨੂੰ ਵੇਖ, ਈਸ਼ਵਰ ਦੀ ਉਪਾਧੀ ਨੂੰ ਤਿਆਗ ਦੇ, ਜੀਵ ਪੁਣੇ ਦੀ ਉਪਾਧੀ ਨੂੰ ਤਿਆਗ ਦੇ। ਆਪਣਾ ਜਿਹੜਾ ਸਵੈ ਸਰੂਪ ਉਹਦਾ ਤੂੰ ਅਭਿਆਸ ਕਰ, ਉਹਦਾ ਅਧਿਐਨ ਕਰ, ਉਹਦੀ ਕਮਾਈ ਕਰ ਤੇ ਆਪਣੀ ਮੰਜ਼ਿਲ ਤੱਕ ਪਹੁੰਚ। ਤੇ ਇਹ ਤੇ ਸਭ ਜੋ ਭੇਦ ਹੈ ਇਹ ਤੇ ਕਹਿਣ ਮਾਤਰ ਹੈ। ਭਾਵ ਨਾ ਤੇ ਕੋਈ ਜੀਵ ਹੈ, ਨਾ ਕੋਈ ਈਸ਼ਵਰ ਹੈ। ਜਦੋਂ ਇਹ ਅਨਾਦਿ ਹੈ, ਜਿਨ੍ਹਾਂ ਦਾ ਕੋਈ ਆਦਿ ਹੀ ਨਹੀਂ, ਕੋਈ ਪਤਾ ਪੁਤਾ ਹੀ ਨਹੀਂ ਹੈ, ਤੇ ਕਲਪਿਤ ਝੂਠੇ, ਉਹਨਾਂ ਦਾ ਭੇਦ ਵੀ ਤੇ ਉਹੋ ਜਿਹਾ ਹੀ ਹੈ। ਕਿਉਂਕਿ ਇਹਦੇ ਸ਼ਬਦਾਂ ਦੇ ਕਹਿਣ ਮਾਤਰ ਹੈ ਕਿ ਉਹ ਐਸਾ ਹੈ, ਉਹ ਅਵਿਦਿਆ ਵਾਲਾ ਹੈ, ਉਹ ਸ਼ੁੱਧ ਸਤਿਗੁਣ ਦੇ ਸਹਿਤ ਹੈ। ਜਦੋਂ ਦਾ ਅਭਿਆਸ ਕੀਤਾ ਜਾਊਗਾ ਫਿਰ ਪਤਾ ਚੱਲੇਗਾ ਕਿ ਅਸਲ ਕੀ ਹੈ। ਫਿਰ ਨਾ ਤਾਂ ਇੱਥੇ ਕੋਈ ਸ਼ੁੱਧ ਸਤਿਗੁਣ ਸਹਿਤ ਹੈ ਤੇ ਨਾ ਕੋਈ ਇੱਥੇ ਮਲਣ ਸਤਿਗੁਣ ਦੇ ਸਹਿਤ ਹੈ। ਨਾ ਕੋਈ ਅਵਿਦਿਆ ਵਾਲਾ ਹੈ ਤੇ ਨਾ ਕੋਈ ਜਿਹੜਾ ਹੈ ਉਹ ਮਾਇਆ ਵਾਲਾ ਹੈ। ਠੀਕ ਹੈ। ਇਹ ਤੇ ਜਿੰਨਾ ਚਿਰ ਅਭਿਆਸ ਕਰਕੇ ਕਮਾਈ ਕਰਕੇ ਗਿਆਨ ਨਹੀਂ ਨਾ ਪ੍ਰਾਪਤ ਹੁੰਦਾ, ਉਹਨਾਂ ਚਿਰ ਇਹ ਸਾਰੇ ਭੇਦ ਨਜ਼ਰੀ ਆਉਂਦੇ। ਜਦੋਂ ਕਮਾਈ ਕੀਤਿਆਂ, ਸਿਮਰਨ ਭਜਨ ਬੰਦਗੀ ਕੀਤਿਆਂ, ਗੁਰੂ ਸ਼ਰਨ ਲਿਆ, ਇਹ ਸਭ ਭਰਮ ਨਿਵਰਤ ਹੋ ਜਾਂਦੇ ਆ। ਫਿਰ ਤੇ ਕੋਈ ਵੀ ਭੇਦ ਭਾਵ ਰਹਿ ਹੀ ਨਹੀਂ ਜਾਂਦਾ। ਫਿਰ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤੇ ਇਹ ਅਵਸਥਾ ਪ੍ਰਾਪਤ ਹੋ ਜਾਂਦੀ। ਜਿੰਨਾ ਚਿਰ ਦੁਵਿਧਾ ਹੈ, ਦਵੈਤ ਹੈ, ਉਹਨਾਂ ਚਿਰ ਜੀਵ ਹੈ, ਈਸ਼ਵਰ ਹੈ, ਨਾਨਾ ਪੁਨਾ ਹੈ, ਅਨੇਕ ਪੁਨਾ ਹੈ, ਇਹ ਸਭ ਨਜ਼ਰੀ ਆਉਂਦੇ ਹੈ। ਸੋ ਅੱਗੇ ਹੋਰ ਦੱਸਣ ਲੱਗੇ ਆ ਸ੍ਰਿਸ਼ਟੀ ਦਾ ਲੈ ਚਿੰਤਨ ਕਿਸ ਤਰ੍ਹਾਂ ਹੁੰਦਾ ਵਾ, ਉਹਦਾ ਹੁਣ ਇੱਥੇ ਕਥਨ ਕਰਨ ਲੱਗੇ ਆ। ਹਾਂਜੀ। सृष्टि से पूर्व सो जीवन की उपाधि अविद्या। सृष्टि तो पहला, ठीक है, पूर्व की पहला। सृष्टि से, सृष्टि भाव सृष्टि तो पहला, जी सृष्टि वेख रहे हैं ये तो पहला। फिर लै चिंतन किवें होया, किवें हुंदा है। जीवन की उपाधि अविद्या। हुण सारे जीवां की उपाधि की है, जिन्ने असीं जीव साडी उपाधि अविद्या, अविद्या तो ही असीं बने हुए हैं। ते जीवन के कर्म सहित ही माया विषय लीन हो के रहती है। जीवन के जीवां दे कर्म सहित ही माया विषय लीन हो के रहती है। आई ना समझे। लै चिंतन किवें हुंदा, जिवें अजकल ते रेडियो जां FM बंद हो गया। ਜਦੋਂ ਆਪਾਂ FM ਜਾਂ ਰੇਡੀਓ ਸੁਣਦੇ ਸਾਂ ਤਾਂ ਉਹਦਾ ਐਂਟੀਨਾ ਬਾਹਰ ਕੱਢਦੇ ਸਾਂ। ਜਦੋਂ ਜਿੰਨਾ ਕੁ ਸਾਨੂੰ ਲੋੜ ਹੋਵੇ ਨਾ ਅਤੇ ਓਨਾ ਹੀ ਐਂਟੀਨਾ ਉੱਚਾ ਕਰ ਲੈਂਦੇ। ਤਕਰੀਬਨ 4-5 ਉਹਦੇ ਵਿੱਚ ਸਟੈਪ ਬਾਈ ਸਟੈਪ ਉਹ ਐਂਟੀਨੇ ਜਿਹੇ ਹੁੰਦੇ ਆ ਪੈਪਾਂ ਦੀਆਂ। ਉਦੋਂ ਆਪਾਂ ਖਿੱਚਦੇ ਹਾਂ, ਉਹ ਇੱਕ ਦੇ ਵਿੱਚ ਇੱਕ ਹੁੰਦੀ ਹੈ, ਇੱਕ ਦੇ ਵਿੱਚ ਇੱਕ। ਉਹ ਤਾਂ ਕਰ ਲੈਂਦੇ ਹਾਂ ਜਦੋਂ ਆਪਾਂ ਸਾਨੂੰ ਲੋੜ ਹੁੰਦੀ, ਕੋਈ ਜਦੋਂ ਕੁਝ ਖਬਰ, ਕੋਈ ਗੀਤ ਨਾਦ ਸੁਣਨਾ ਹੈ। ਅਤੇ ਜਦੋਂ ਸਾਨੂੰ ਅਸੀਂ ਬੰਦ ਕਰਨਾ ਹੁੰਦਾ, ਉਸ ਐਂਟੀਨੇ ਨੂੰ ਫਿਰ ਆਪਾਂ ਥਾਂ ਹੇਠਾਂ ਹੀ ਕਰ ਦਿੰਦੇ ਹਾਂ। ਮਤਲਬ ਸਟੈਪ ਬਾਈ ਸਟੈਪ ਇੱਕ ਉਹ ਜਿਹੜੇ 4-5 ਪੈਪ ਜਿਹੇ ਲੱਗੇ ਹੁੰਦੇ ਆ ਵਿੱਚ ਦੇ ਵਿੱਚ ਫਸਾਏ ਹੁੰਦੇ ਆ, ਉਹ ਇੱਕ ਦੇ ਵਿੱਚ ਇੱਕ, ਇੱਕ ਦੇ ਵਿੱਚ ਇੱਕ ਕਰਕੇ ਸਾਰਾ ਤਕਰੀਬਨ ਸਾਰਾ ਰੇਡੀਓ ਵਿੱਚ ਸਮਾ ਜਾਂਦਾ। ਜੋ ਬਾਹਰ ਨਿਕਲਣਾ ਹੈ ਉਹ ਐਂਟੀਨੇ ਦਾ, ਉਹ ਸ੍ਰਿਸ਼ਟੀ ਦਾ ਆਰੰਭ ਹੋਣਾ, ਜੋ ਫਿਰ ਸਟੈਪ ਬਾਈ ਸਟੈਪ ਹੀ ਸ੍ਰਿਸ਼ਟੀ ਪੈਦਾ ਹੁੰਦੀ। ਅਤੇ ਜੋ ਐਂਟੀਨੇ ਦਾ ਵਾਪਸ ਫਿਰ ਰੇਡੀਓ ਵਿੱਚ ਹੀ ਸਮਾਪਤ ਕਰ ਦੇਣਾ, ਐਂਟੀਨੇ ਨੂੰ ਹੇਠਾਂ ਕਰ ਦੇਣਾ ਹੈ, ਸੰਕੋਚ ਕਰ ਦੇਣਾ ਹੈ, ਇਹ ਸ੍ਰਿਸ਼ਟੀ ਦਾ ਲੈ ਚਿੰਤਨ ਹੈ। ਹੁਣ ਸਾਡਾ ਕੀ ਹੁੰਦਾ ਵਾ ਕਿ ਅਸੀਂ ਜੀਵਾਂ ਦੀ ਉਪਾਧੀ ਕੀ ਅਵਿਦਿਆ, ਅਤੇ ਜੀਵਨ ਕੇ ਕਰਮ ਸਹਿਤ ਹੀ, ਜੀਵਾਂ ਦੇ ਕਰਮ ਸਹਿਤ ਹੀ ਮਾਇਆ ਵਿਸ਼ੇ ਲੀਨ ਹੋ ਕੇ ਰਹਿਤੀ ਹੈ। ਮਤਲਬ ਸ੍ਰਿਸ਼ਟੀ ਸੇ ਪਹਿਲਾਂ, ਸ੍ਰਿਸ਼ਟੀ ਤੋਂ ਪਹਿਲਾਂ ਜੋ ਜੀਵਾਂ ਦੀ ਉਪਾਧੀ ਨਾ ਅਵਿਦਿਆ, ਕਹਿੰਦੇ ਉਹ ਜੀਵਾਂ ਦੇ ਕਰਮ ਸਹਿਤ ਹੀ ਮਾਇਆ ਵਿੱਚ ਲੀਨ ਹੋ ਕੇ ਰਹਿੰਦੀ ਹੈ। ਅਤੇ ਕਿਵੇਂ ਲੀਨ ਹੋ ਕੇ ਰਹਿੰਦੀ ਹੈ।
ਅਸੀਂ ਜੀਵਾਂ ਨੇ ਜਿੰਨੇ ਵੀ ਕਰਮ ਕੀਤੇ ਨਾ, ਚੰਗੇ ਮਾੜੇ ਜੋ ਵੀ ਕੀਤੇ ਹੁੰਦੇ ਕਰਮ, ਉਹ ਸਾਡੇ ਕਰਮ ਜਿਹੜੇ ਆ, ਇੱਕ ਇੱਕ ਜੀਵ ਦੇ ਕਰਮ, ਇੱਕ ਇੱਕ ਜੀਵ ਦੇ ਕਰਮ, ਮੇਰੇ ਕਰਮ ਚੰਗੇ ਮਾੜੇ ਮੇਰੀ ਅਵਿਦਿਆ ਵਿੱਚ, ਆਪ ਜੀ ਦੇ ਜਿਹੜੇ ਕਰਮ ਮਾੜੇ ਚੰਗੇ ਉਹ ਆਪ ਜੀ ਦੀ ਅਵਿਦਿਆ ਵਿੱਚ। ਇਸ ਤਰ੍ਹਾਂ ਉਹ ਜਿੰਨੇ ਜੀਵਾਂ ਦੇ ਕਰਮ ਆ, ਤੁਹਾਡੇ ਸਾਡੇ ਆਪਣੇ ਜਿੰਨੇ ਵੀ ਆ, ਉਹ ਜੀਵਾਂ ਦੇ ਚੰਗੇ ਮਾੜੇ ਕਰਮ ਅਸ਼ੁਭ ਅਸ਼ੁਭ ਆਪੋ ਆਪਣੀ ਅਵਿਦਿਆ ਵਿੱਚ ਲੀਨ ਹੋ ਜਾਂਦੇ। ਉਹ ਜਿੰਨੀਆਂ ਹੀ ਅਵਿਦਿਆ, ਕਿਉਂਕਿ ਜਿੰਨੇ ਜੀਵ ਆ, ਹੁਣੇ ਆਪਾਂ ਪੜ੍ਹਿਆ ਨਾ ਅਵਿਦਿਆ ਨਾ ਜਿੰਨੇ ਜੀਵ ਹੈ ਉਨੀਆਂ ਅਵਿਦਿਆ। ਉਹ ਉਨੀਆਂ ਅਵਿਦਿਆ ਜਿਹੜੀਆਂ ਹੈ ਉਹ ਸਾਰੀਆਂ ਕੀ ਆ, ਜੋ ਸਮਸ਼ਟੀ ਰੂਪ ਵਿੱਚ ਮਾਇਆ ਹੈ, ਉਹ ਮਾਇਆ ਵਿੱਚ ਜਾ ਕੇ ਲੀਨ ਹੋ ਜਾਂਦੀ ਹੈ। ਸਾਰੀਆਂ ਵਿਦਿਆ ਜਿੰਨੀਆਂ ਹੈ ਉਹ ਮਾਇਆ ਵਿੱਚ ਲੀਨ ਹੋ ਜਾਂਦੀਆਂ। ਉਹ ਜਿਹੜੀ ਇੱਕ ਇਕੱਲੀ ਮਾਇਆ ਹੈ, ਉਹ ਮਾਇਆ ਕਿੱਥੇ ਲੀਨ ਹੋ ਜਾਂਦੀ? ਬ੍ਰਹਮ ਵਿੱਚ। ਠੀਕ ਹੈ ਜੀ। ਅਤੇ ਜਦੋਂ ਫਿਰ ਉਸ ਨੂੰ ਆਰੰਭ ਕਰਨਾ ਹੁੰਦਾ ਸ੍ਰਿਸ਼ਟੀ ਨੂੰ, ਉਹਦਾ ਅੱਗੇ ਆ ਹੀ ਰਿਹਾ ਹੈ। ਅਤੇ ਇਵੇਂ ਸਮਝ ਲਓ ਵੀ ਲੈ ਚਿੰਤਨ ਕਿਵੇਂ ਹੋਇਆ। ਸਾਰੇ ਜੀਵਾਂ ਦੇ ਕਰਮ ਸ਼ੁਭ ਅਸ਼ੁਭ ਉਹ ਆਪੋ ਆਪਣੇ ਜੀਵਾਂ ਦੇ ਜੋ ਅਵਿਦਿਆ ਹਿਰਦੇ ਵਿੱਚ, ਉਹ ਅਵਿਦਿਆ ਵਿੱਚ ਲੀਨ ਹੋ ਜਾਂਦੇ। ਸ਼ੁਭ ਅਸ਼ੁਭ ਕਰਮ ਉਹ ਜਿੰਨੀਆਂ ਨਾਨਾ ਅਵਿਦਿਆ, ਉਹ ਨਾਨਾ ਅਵਿਦਿਆ ਮਾਇਆ ਵਿੱਚ ਲੀਨ ਹੋ ਜਾਂਦੀ ਹੈ, ਹੋ ਜਾਂਦੀਆਂ। ਅਤੇ ਉਹ ਮਾਇਆ ਜਿਹੜੀ ਹੈ ਬ੍ਰਹਮ ਵਿੱਚ ਲੀਨ ਹੋ ਜਾਂਦੀ ਹੈ। ਸ੍ਰਿਸ਼ਟੀ ਦਾ ਲੈ ਚਿੰਤਨ ਹੁੰਦਾ ਹੈ। ਤਾਂ ਕਰਕੇ ਕਹਿ ਰਹੇ ਵੀ ਸ੍ਰਿਸ਼ਟੀ ਤੋਂ ਪਹਿਲਾਂ ਜੀਵਾਂ ਦੀ ਜਿਹੜੀ ਉਪਾਦੀ ਅਵਿਦਿਆ ਵਾ, ਉਹ ਜੀਵਾਂ ਦੇ ਕਰਮ ਸਹਿਤ ਹੀ ਮਾਇਆ ਵਿੱਚ ਲੀਨ ਹੋ ਕੇ ਰਹਿੰਦੀ ਹੈ। ਸੋ ਮਾਇਆ ਸੁਸ਼ੁਪਤੀ ਵਿੱਚ, ਸੁਸ਼ੁਪਤੀ ਵਿਸ਼ੇ ਅਵਿਦਿਆ ਕੀ ਨਿਆਈ, ਬ੍ਰਹਮ ਸੇ ਭਿੰਨ ਪ੍ਰਤੀਤ ਨਾਮ ਸਿੱਧ ਹੋਵੇ ਨਹੀਂ। ਉਹ ਮਾਇਆ ਜਿਹੜੀ ਹੈ, ਜਿਵੇਂ ਸੁਸ਼ੁਪਤੀ ਦੇ ਵਿੱਚ, ਠੀਕ ਹੈ, ਸੁਸ਼ੁਪਤੀ ਵਿੱਚ ਸਾਨੂੰ ਕੁਝ ਨਹੀਂ ਪਤਾ ਹੁੰਦਾ। ਅਸੀਂ ਜੋ ਕੁਝ ਜਾਗਰਤੀ ਵਿੱਚ ਵੇਖਿਆ ਹੁੰਦਾ ਨਾ, ਅਤੇ ਜੋ ਕੁਝ ਵੀ ਜਾਗਰਤੀ ਵੇਖਿਆ ਹੁੰਦਾ, ਉਹ ਸਾਰਾ ਸੁਸ਼ੁਪਤੀ ਜਿਹੜੀ ਗਾੜੀ ਨੀਂਦ ਉੱਤੇ ਲੀਨ ਹੋ ਜਾਂਦਾ। ਜਦੋਂ ਅਸੀਂ ਗਾੜੀ ਨੀਂਦ 'ਚ ਉੱਠਦੇ ਹਾਂ, ਉਦੋਂ ਸਾਨੂੰ ਫੇਰ ਸਭ ਕੁਝ ਯਾਦ ਆਉਣ ਲੱਗ ਪੈਂਦਾ। ਜਿੰਨਾ ਜਾਗਰਤ ਵਿੱਚ ਹੁੰਦਾ ਹੈ, ਉਸ ਸੁਸ਼ੁਪਤੀ ਗਾੜੀ ਨੀਂਦ ਵਿੱਚ ਕੁਝ ਨਹੀਂ ਹੁੰਦਾ ਉਹਦਾ। ਉੱਥੇ ਆਪਾਂ ਨਾ ਤੂੰ ਮੈਂ, ਨਾ ਕੰਮ, ਨਾ ਕਾਰ, ਨਾ ਕੋਈ ਰਾਜਾ, ਨਾ ਕੰਗਾਲ, ਕੁਝ ਨਹੀਂ ਹੁੰਦਾ। ਸੁਸ਼ੁਪਤੀ ਅਵਸਥਾ ਵਿੱਚ ਸਾਰਾ ਕੁਝ ਲੀਨ ਹੋ ਜਾਂਦਾ ਨਾ, ਜਿੰਨਾ ਜਾਗਰਤ ਵਿੱਚ ਆਪਾਂ ਪ੍ਰਤੱਖ ਵੇਖਦੇ ਹਾਂ। ਅਤੇ ਸੁਪਨ ਅਵਸਥਾ ਵਿੱਚ ਜਿਹੜਾ ਹੈ ਵੀ ਆਪਾਂ ਸੂਖਮ ਪਦਾਰਥ ਬਹੁਤ ਵੇਖਦੇ ਹਾਂ। ਅਤੇ ਸੁਸ਼ੁਪਤੀ ਵਿੱਚ ਸੂਖਮ ਦੇ ਜਿਹੜੇ ਸੁਪਨ ਦੇ ਪਦਾਰਥ ਸੂਖਮ ਹੈ, ਉਹ ਵੀ ਨਹੀਂ ਹੁੰਦੇ। ਨਾ ਅਸਥੂਲ ਸ੍ਰਿਸ਼ਟੀ ਨਾ ਸੂਖਮ ਸ੍ਰਿਸ਼ਟੀ ਹੁੰਦੀ ਹੈ ਸੁਸ਼ੁਪਤੀ ਵਿੱਚ। ਇਸੇ ਤਰ੍ਹਾਂ ਕਹਿੰਦੇ ਸੋ ਮਾਇਆ ਸੁਸ਼ੁਪਤੀ ਵਿਸ਼ੇ ਹੈ ਅਵਿਦਿਆ ਕੀ ਨਹੀਂ। ਜਿਵੇਂ ਅਵਿਦਿਆ ਸੁਸ਼ੁਪਤੀ ਵਿਸ਼ੇ ਅਵਿਦਿਆ ਕੀ ਨਹੀਂ, ਵਿਦਿਆ ਦੀ ਤਰ੍ਹਾਂ ਵਿਦਿਆਵਾਨ। ਜਿਵੇਂ ਸੁਸ਼ੁਪਤੀ ਅਵਸਥਾ ਵਿੱਚ ਅਵਿਦਿਆ ਵੀ ਲੀਨ ਹੋ ਜਾਂਦੀ ਹੈ। ਠੀਕ ਹੈ, ਅਵਿਦਿਆ ਵੀ ਉੱਥੇ ਲੀਨ ਹੋ ਜਾਂਦੀ, ਯਾਦ ਰੱਖਣਾ। ਅਤੇ ਉੱਥੇ ਸਿਰਫ ਰਹਿ ਜਾਂਦੇ ਹੈ ਚੇਤਨ ਆਤਮਾ, ਉਹੀ ਜੋ ਜਾਗਰਤੀ ਸਾਨੂੰ ਗਿਆਨ ਕਰਾਉਂਦੀ ਹੈ ਕਿ ਮੈਂ ਸੋਇਆ ਬੜੇ ਆਰਾਮ ਨਾਲ, ਪਰ ਮੈਨੂੰ ਪਤਾ ਨਹੀਂ ਲੱਗਾ। ਜਿਹੜਾ ਪਤਾ ਲੱਗਾ ਉੱਥੇ ਅਵਿਦਿਆ ਵੀ ਸਮਝ ਲਓ ਲੀਨ ਹੋ ਗਈ ਸੀ। ਉੱਥੇ ਅਵਿਦਿਆ ਵੀ ਸੀ, ਅਤੇ ਜਿਹੜਾ ਵੀ ਮੈਂ ਬੜਾ ਆਰਾਮ ਨਾਲ ਸੋਇਆ, ਇਹ ਸੀ ਆਪਣਾ ਚੇਤਨ ਆਤਮਾ ਦਾ ਗਿਆਨ। ਅਵਿਦਿਆ ਦੀ ਨਹੀਂ, ਬ੍ਰਹਮ ਸੈ ਭਿੰਨ ਪ੍ਰਤੀਤ ਨਾਮ ਸਿੱਧ ਹੋਵੇ ਨਹੀਂ। ਕਹਿੰਦੇ ਉਹ ਮਾਇਆ ਸੁਸ਼ੁਪਤੀ ਵਿੱਚ ਜਿੱਥੇ ਅਵਿਦਿਆ ਲੀਨ ਹੋ ਜਾਂਦੀ ਨਾ, ਅਤੇ ਅਵਿਦਿਆ ਦੀ ਨਹੀਂ ਬ੍ਰਹਮ, ਜਿਵੇਂ ਅਵਿਦਿਆ ਵੱਖਰੀ ਨਹੀਂ ਦਿਖਦੀ ਉੱਥੇ, ਉੱਥੇ ਅਵਿਦਿਆ ਵੀ, ਅਵਿਦਿਆ ਜਿਹੜੀ ਆ ਉਹ ਕਿੱਥੇ ਜਗ੍ਹਾ ਲੀਨ ਹੋ ਜਾਂਦੀ ਹੈ? ਚੇਤਨ ਆਤਮਾ 'ਚ ਹੀ ਸਮਝ ਲਓ ਲੀਨ ਹੋ ਜਾਂਦੀ ਹੈ, ਇੰਨਾ ਨੇੜਤਾ ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬ੍ਰਹਮ ਸੇ ਭਿੰਨ ਪ੍ਰਤੀਤ ਨਾਮ ਸਿੱਧ ਹੋਵੇ ਨਹੀਂ। ਉਹ ਮਾਇਆ ਵੀ ਬ੍ਰਹਮ ਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦੀ ਹੈ। ਫਿਰ ਉੱਥੇ ਮਾਇਆ ਵੀ ਨਹੀਂ ਰਹਿ ਜਾਂਦੀ। ਮਤਲਬ ਇਹੋ ਜਿਹੀ ਲੀਨ ਹੁੰਦੀ, ਉੱਥੇ ਇਕੱਲਾ ਬ੍ਰਹਮ ਹੀ ਬ੍ਰਹਮ ਰਹਿ ਜਾਂਦਾ, ਹੋਰ ਉੱਥੇ ਮਾਇਆ ਵੀ ਨਹੀਂ ਰਹਿੰਦੀ। ਪਰ ਮਾਇਆ ਵਿੱਚ ਲੀਨ ਤਾਂ ਹੁੰਦੀ ਹੈ, ਮਾਇਆ ਬ੍ਰਹਮ ਦੇ ਵਿੱਚ ਲੀਨ ਤਾਂ ਹੁੰਦੀ ਹੈ, ਪਰ ਉੱਥੇ ਮਾਇਆ ਦਾ ਨਾਮ ਵੀ ਨਹੀਂ ਰਹਿ ਜਾਂਦਾ। ਜਦੋਂ ਸ੍ਰਿਸ਼ਟੀ ਦਾ ਲੈ ਚਿੰਤਨ ਹੁੰਦਾ, ਸਿਰਫ ਇਕੱਲਾ ਬ੍ਰਹਮ ਹੀ ਬ੍ਰਹਮ ਰਹਿ ਜਾਂਦਾ। ਅਤੇ ਬ੍ਰਹਮ ਤੋਂ ਵੱਖਰੀ ਪ੍ਰਤੀਤ ਨਾਮ ਉਹਦਾ ਸਿੱਧ ਹੁੰਦਾ ਨਹੀਂ ਮਾਇਆ ਦਾ। ਜਾਂ ਤਾਂ ਸ੍ਰਿਸ਼ਟੀ ਸੇ ਪਹਿਲੇ, ਇਸ ਵਾਸਤੇ ਜਿਸ ਕਰਕੇ ਸ੍ਰਿਸ਼ਟੀ ਤੋਂ ਪਹਿਲਾਂ ਜਿਹੜਾ ਸਜਾਤੀ ਵਿਜਾਤੀ, ਸਜਾਤੀ ਕੀ ਆ, ਜਿਵੇਂ ਬ੍ਰਾਹਮਣ ਦੇ ਨਾਲ ਵਰਗਾ ਦੂਜਾ ਬ੍ਰਾਹਮਣ ਹੈ, ਇਹ ਸਜਾਤੀ ਭੇਦ ਹੈ। ਅਤੇ ਵਿਜਾਤੀ ਕੀ ਆ, ਜਿਵੇਂ ਬ੍ਰਾਹਮਣ ਤੋਂ ਉਲਟਾ ਕੀ ਆ, ਖੱਤਰੀ ਹੈ, ਬ੍ਰਾਹਮਣ ਸੂਦ, ਇਹ ਵਿਜਾਤੀ ਭੇਦ ਹੈ। ਅਤੇ ਸਵੈਗਤ ਭੇਦ ਕੀ, ਸਾਡੇ ਸਰੀਰ 'ਚ ਵੱਖੋ ਵੱਖਰੇ ਭੇਦ ਹੈ। ਨੱਕ ਬਾਹਰ ਨੂੰ ਹੈ, ਮੂੰਹ ਪਿੱਛੇ ਨੂੰ ਹੈ, ਢਿੱਡ ਗਾਂਹ ਨੂੰ ਹੈ, ਛਾਤੀ ਪਿਛਾਂਹ ਨੂੰ ਹੈ। ਇਹ ਸਾਡੇ ਸਵੈ ਸਰੀਰ ਦੇ ਵਿੱਚ ਭੇਦ ਆ।
ਜਿਵੇਂ ਬ੍ਰਿਸ਼ ਹੁੰਦਾ ਵਾ, ਤੇ ਬ੍ਰਿਸ਼ ਵਿੱਚੋਂ ਟਾਹਣੀ ਨਿਕਲਦੀਆਂ, ਫਿਰ ਪੱਤੇ ਨਿਕਲਦੇ ਆ, ਕਰੂੰਬਾਂ ਨਿਕਲਦੇ, ਪੱਤੇ ਨਿਕਲਦੇ, ਫਿਰ ਫਲ ਨਿਕਲਦੇ, ਫੁੱਲ ਨਿਕਲਦੇ, ਫਿਰ ਫਲ ਨਿਕਲਦੇ। ਉਹ ਸਾਰਾ ਸਵੈਗਤ ਭੇਦ ਹੈ। ਇਸ ਕਰਕੇ ਕਹਿੰਦੇ, ਇਸ ਕਰਕੇ ਸ੍ਰਿਸ਼ਟੀ ਤੋਂ ਪਹਿਲਾਂ ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਏਕ ਹੀ ਅਦਵਿਤੀ। ਅਦਵਿਤੀ ਭਾਵ ਇਕੱਲਾ ਸੱਚ ਦਾ ਆਨੰਦ, ਸਤ ਚੇਤਨ ਆਨੰਦ ਸਰੂਪ ਬ੍ਰਹਮ ਥਾ, ਭਾਵ ਬ੍ਰਹਮ ਹੀ ਹੁੰਦਾ ਹੈ। ਸ੍ਰਿਸ਼ਟੀ ਤੋਂ ਪਹਿਲਾਂ ਕੀ ਸੀ? ਇਕੱਲਾ ਇੱਕ ਸਤ ਚੇਤਨ ਆਨੰਦ ਬ੍ਰਹਮ ਸਰੂਪ ਹੀ ਇਕੱਲਾ ਸੀ, ਬ੍ਰਹਮ ਹੀ ਇਕੱਲਾ ਸੀ, ਹੋਰ ਕੋਈ ਨਹੀਂ ਸੀ। ਕਿਉਂਕਿ ਮਾਇਆ ਵੀ ਉੱਥੇ, ਮਾਇਆ ਦਾ ਨਾਮ ਵੀ ਨਹੀਂ ਰਹਿ ਜਾਂਦਾ, ਮਾਇਆ ਵੀ ਜਾ ਕੇ ਬ੍ਰਹਮ ਵਿੱਚ ਹੀ ਲੀਨ ਹੋ ਜਾਂਦੀ ਹੈ, ਤੇ ਇਕੱਲਾ ਕੀ ਰਹਿ ਜਾਂਦਾ ਹੈ? ਬ੍ਰਹਮ। ਜਿਵੇਂ ਅਵਿਦਿਆ ਸੁਸ਼ੋਭਤੀ ਅਵਸਥਾ ਦੇ ਵਿੱਚ ਲੀਨ ਹੋ ਜਾਂਦੀ ਹੈ ਨਾ ਜਾ ਕੇ, ਤੇ ਉੱਥੇ ਇਕੱਲਾ ਕੀ ਰਹਿ ਜਾਂਦਾ? ਚੇਤਨ ਆਤਮਾ। ਹਾਂਜੀ, ਜੋ ਸਾਕਸ਼ੀ ਰੂਪ ਹੋ ਕੇ, ਦ੍ਰਿਸ਼ਟਾ ਰੂਪ ਹੋ ਕੇ ਸੁਖੋਪਤੀ ਅਵਸਥਾ ਨੂੰ ਵੀ ਜਾਣਦਾ ਹੈ। ਇਸੇ ਤਰ੍ਹਾਂ ਹੀ ਬ੍ਰਹਮ ਦੇ ਵਿੱਚ ਮਾਇਆ ਲੀਨ ਹੋ ਜਾਂਦੀ ਹੈ, ਮਾਇਆ ਦਾ ਨਾਮ ਨਹੀਂ ਰਹਿ ਜਾਂਦਾ। ਸੋ ਇਹ ਸ੍ਰਿਸ਼ਟੀ ਦਾ ਲੈ ਚਿੰਤਨ ਕਿਹਾ ਹੈ। ਠੀਕ ਹੈ, ਇੱਕੋ ਇੱਕ ਅਦਵਿਤੀ ਸੱਚ ਦਾ ਆਨੰਦ ਰੂਪ ਬ੍ਰਹਮ ਹੀ ਇਕੱਲਾ ਰਹਿ ਜਾਂਦਾ ਹੈ। ਤੇ ਫਿਰ ਕਹਿੰਦੇ ਆ, ਹੁਣ ਸ੍ਰਿਸ਼ਟੀ ਦਾ ਆਰੰਭ ਕਿਵੇਂ ਹੋਇਆ? ਜਿਹੜਾ ਰੇਡੂਏ ਦਾ ਅੰਟੀਨਾ, ਜਦੋਂ ਰੇਡੂਆ ਦੇ ਕੁਝ ਸੁਣਨਾ ਆ, ਕੁਝ ਆਪਣਾ ਰੰਗ ਤਮਾਸ਼ਾ, ਕੋਈ ਗੀਤ ਨਾਦ, ਕੁਝ ਖਬਰ, ਤੋਂ ਆਪਾਂ ਚੁੱਕ ਲੈਂਦੇ ਹਾਂ ਨਾ ਰੇਡੂਏ ਦੇ ਅੰਟੀਨੇ ਨੂੰ, ਬਾਹਰ ਕੱਢ ਲੈਂਦੇ ਹਾਂ ਸਟੈਪ ਬਾਈ ਸਟੈਪ। ਹਾਂਜੀ, ਅਤੇ ਜਦੋਂ ਆਪਾਂ ਉਹਨੂੰ ਬੰਦ ਕਰਨਾ ਹੁੰਦਾ ਅਤੇ ਉਹਨੂੰ ਆਪਾਂ ਅੰਦਰ ਕਰ ਲੈਂਦੇ ਹਾਂ। ਜਿਹੜਾ ਰੇਡੂ ਦਾ ਅੰਟੀਨਾ ਤਾਂ ਚੁੱਕਣਾ ਖਬਰਸਾਰ ਸੁਣਨ ਨੂੰ, ਉਹ ਹੈ ਸ੍ਰਿਸ਼ਟੀ ਦਾ ਸਮਝ ਲਓ ਵੀ ਆਰੰਭਤਾ। ਜੇ ਬ੍ਰਹਮ ਨੇ ਕੋਈ ਖੇਲ ਤਮਾਸ਼ਾ ਇਸ ਜਗਤ ਖੇਲ ਨੂੰ ਵੇਖਣਾ ਹੁੰਦਾ ਹੈ ਕਿ ਬੋਰ ਹੋ ਜਾਂਦਾ, ਜਿਵੇਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਉਹ ਬ੍ਰਹਮ ਵੀ ਇਕੱਲੇ ਹੋਣੇ ਕਰਕੇ ਜਿਵੇਂ ਆਪਾਂ ਬੋਰ ਜਿਹੇ ਹੋ ਜਾਂਦੇ ਹਾਂ ਨਾ, ਇਸੇ ਤਰ੍ਹਾਂ ਕਹਿਣ ਮਾਤਰ, ਕਲਪਨਾ ਮਾਤਰ ਵੀ ਉਹ ਬੋਰ ਜਿਹਾ ਹੋਣ ਲੱਗਾ ਕਿ ਕੁਝ ਖੇਲ ਰਚਿਆ ਜਾਏ, ਕੁਝ ਬਣਾਇਆ ਜਾਏ, ਕੁਝ ਕੀਤਾ ਜਾਏ। ਇਸ ਤਰ੍ਹਾਂ ਫਿਰ ਉਸਨੇ ਸ੍ਰਿਸ਼ਟੀ ਦੀ ਆਰੰਭਤਾ ਕੀਤੀ। ਅਤੇ ਕਹਿੰਦੇ ਵੀ ਫਿਰ ਸ੍ਰਿਸ਼ਟੀ ਦੀ ਆਰੰਭ ਕਿਵੇਂ ਹੋਈ? ਹੁਣ ਉਹ ਇੱਥੇ ਆ ਰਿਹਾ। ਤਿਸ ਬ੍ਰਹਮ ਕੋ, ਕਹਿੰਦੇ ਜਿਹੜਾ ਸਚਨ ਚੇਤਨ ਆਨੰਦ ਸਰੂਪ ਬ੍ਰਹਮ ਸਜਾਤੀ ਵਿਚਾਰ ਸਵੈਗਤ ਭੇਦ ਤੋਂ ਪਰੇ ਰਹਿਤ ਹੈ ਨਾ, ਉਸ ਬ੍ਰਹਮ ਨੂੰ ਸ੍ਰਿਸ਼ਟੀ ਕੇ ਆਰੰਭ ਵਿਸ਼ੇ, ਸ੍ਰਿਸ਼ਟੀ ਦੇ ਆਰੰਭ ਵਿੱਚ ਜੀਵਨ ਕੇ ਪਰਪੱਕ ਭਏ ਕਰਮ ਰੂਪ ਨਿਮਿਤ ਸੇ, ਜੀਵਾਂ ਦੇ ਜਿਹੜੇ ਪਰਪੱਕ ਹੋਏ, ਪਰਪੱਕ ਭਾਵ ਜੋ ਫਲ ਦੇਣ ਵਾਲੇ, ਪਰਿਪੱਕ ਕਹਿੰਦੇ ਵੀ ਤੇਰਾ ਫਲ ਤੈਨੂੰ ਦੇਣ ਲਈ ਹੁਣ ਪਰਪੱਕ ਹੋ ਗਿਆ। ਵਾ ਜਿਹੜਾ ਜੀਵਾਂ ਦੇ ਕਰਮ ਸੀ ਨਾ, ਭਾਵ ਫਲ ਦੇਣ ਵਾਲੇ ਹੋਏ ਕਰਮ ਰੂਪ, ਚੰਗੇ ਮਾੜੇ ਕੰਮ, ਜੀਵਾਂ ਦੇ ਜਿਹੜੇ ਕਰਮ ਹੈ ਪਰਪੱਕ ਹੋ ਗਏ, ਫਲ ਦੇਣ ਨੂੰ ਤਿਆਰ ਹੋ ਗਏ, ਪ੍ਰਾਰਬਧ। ਅਤੇ ਉਹ ਕਰਮ ਰੂ ਨਿਮਿਤ ਸੈਂ, ਨਿਮਿਤ ਸੈਂ ਭਾਵ ਉਹ ਜੋ ਮਾਇਆ ਦੇ ਵਿੱਚ ਹੀ ਅਤੇ ਵਿਦਿਆ ਦੇ ਸਹਿਤ ਜੀਵਾਂ ਦੇ ਕਰਮ ਚੰਗੇ ਮਾੜੇ ਜਿਹੜੇ ਹੋਏ ਸੀ ਨਾ ਲੀਨ, ਬ੍ਰਹਮ ਦੇ ਵਿੱਚ ਜਾ ਕੇ ਬ੍ਰਾਹਮਣਾਂ ਵਿੱਚ ਲੈ ਚਿੰਤਨ ਕੀਤੇ ਸੀ, ਅਤੇ ਸ੍ਰਿਸ਼ਟੀ ਦੇ ਰਾਹ ਵਿੱਚ ਉਹ ਜੀਵਾਂ ਦੇ ਪਰਪੱਕ ਹੋਏ, ਭਾਵ ਜੋ ਫਲ ਦੇਣ ਦੇ ਕਾਬਲ ਹੋ ਗਏ ਵੀ ਹੁਣ ਜੀਵਾਂ ਨੂੰ ਇਹਨਾਂ ਦਾ ਫਲ ਦੇਣਾ ਚਾਹੀਦਾ। ਉਹ ਕਰਮਾਂ ਦੇ ਕਰਕੇ ਨਿਮਿਤ ਕੀਏ, ਨਿਮਿਤ ਕਾਰਨ ਮੈਂ ਏਕ ਹੂੰ ਸੋ ਬ੍ਰਹਮ ਰੂਪ ਹੂੰ, ਮੈਂ ਏਕ ਹੂੰ ਸੋ ਬਹੁ ਰੂਪ ਹੂੰ, ਐਸੀ ਇੱਛਾ ਬਈ। ਕਹਿੰਦੇ ਕਿ ਉਸ ਬ੍ਰਹਮ ਨੂੰ, ਇਹ ਸਾਰੇ ਗ੍ਰੰਥਾਂ ਵਿੱਚ ਇਵੇਂ ਲਿਖਿਆ ਹੋਇਆ। ਇਸ ਕਰਕੇ ਸ੍ਰਿਸ਼ਟੀ ਦਾ ਕੋਈ ਨਾ ਕੋਈ ਕਾਰਨ ਤਾਂ ਹੈ ਹੀ ਹੈ, ਅਤੇ ਪਰਮੇਸ਼ਰ ਆਪ ਹੀ ਇਹ ਸਾਰੇ ਸਾਧਨ ਦੇਣ ਵਾਲਾ, ਆਪ ਹੀ ਜੀਵਨ ਨੂੰ ਪੈਦਾ ਕਰਕੇ ਸਿੱਖਿਆ ਦੇਣ ਵਾਲਾ। ਇਸ ਕਰਕੇ ਆਪਾਂ ਇਹਨੂੰ ਗਲਤ ਨਹੀਂ ਕਹਿ ਸਕਦੇ, ਕਲਪਨਾ ਕਹਿ ਸਕਦੇ ਹਾਂ ਵੀ ਕਲਪਨਾ ਆ। ਪਰ ਜਿਵੇਂ ਮਹਾਰਾਜ ਜੀ ਨੇ ਕਿਹਾ ਹੈ, ਜਸ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਪਰ ਜਿਵੇਂ ਦਾਨ ਸ਼ਾਸਤਰ 'ਚ ਲਿਖਿਆ ਹੋਇਆ ਉਸ ਮੁਤਾਬਕ ਆਪਾਂ ਪੜ੍ਹ ਰਹੇ ਹਾਂ। ਕਹਿੰਦੇ ਉਸ ਨੂੰ ਇੱਛਾ ਹੋਈ ਕਿ ਮੈਂ ਏਕ ਹੂੰ ਸੋ ਬਹੁ ਰੂਪ ਹੂੰ, ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਜਿਵੇਂ ਸੁਰਤੀ ਆਉਂਦੀ ਏਕੋ ਹੰ ਬਹੁ ਸਿਆਵਾਂ, ਇੱਕ ਹਾਂ ਅਤੇ ਬਹੁਤ ਰੂਪ ਹੋ ਜਾਵਾਂ, ਅਤੇ ਮੈਂ ਇੱਕ ਹਾਂ ਬਹੁਤੇ ਰੂਪ ਹੋ ਜਾਵਾਂ, ਐਸੀ ਇੱਛਾ ਹੋਈ। ਕਹਿੰਦੇ ਜਿਹੜੀ ਇੱਛਾ ਹੋਈ ਉਹਦਾ ਨਾਮ ਹੀ ਅਗਿਆਨ ਹੈ, ਉੱਦਾਂ ਇਹ ਕਹਿੰਦੇ। ਅਤੇ ਤਿਸ ਇੱਛਾ ਸੈ ਬ੍ਰਹਮ ਕੀ ਉਪਾਧੀ ਮਾਇਆ ਵਿਸ਼ੇ ਸ਼ੋਭ ਹੋਈ। ਕਹਿੰਦੇ ਉਸ ਇੱਛਾ ਨਾਲ ਬ੍ਰਹਮ ਦੀ ਜਿਹੜੀ ਉਪਾਧੀ ਮਾਇਆ, ਮਾਇਆ ਦੇ ਵਿੱਚ ਕੀ ਹੋਇਆ? ਸ਼ੋਭ ਹੋਇਆ। ਸ਼ੋਭ ਕੀ ਹੁੰਦਾ ਜੀ? ਇਹ ਵੀ ਥੋੜ੍ਹਾ ਸਮਝਣ ਦੀ ਲੋੜ ਹੈ। ਸ਼ੋਭ ਕਿਹਨੂੰ ਕਹਿੰਦੇ? ਸ਼ੋਭ ਜਿਹੜਾ ਹੁੰਦਾ ਵਾ
ਸ਼ੋਭ ਤੁਸੀਂ ਐਵੇਂ ਸਮਝ ਲਓ ਜਿਵੇਂ ਹੜਬੜਾਹਟ ਨਹੀਂ, ਘਬਰਾਹਟ ਜਿਹੀ ਨਹੀਂ ਹੁੰਦੀ, ਜਿਵੇਂ ਬੈਠੇ ਬੈਠੇ ਹੋਈਏ ਅਤੇ ਸਾਨੂੰ ਐਵੇਂ ਲੱਗੇ ਵੀ ਸਾਡਾ ਕੋਈ ਕੰਮ ਨਹੀਂ, ਤਾਂ ਇੱਕਦਮ ਘਬਰਾਹਟ ਜਿਹੀ ਹੋਵੇ ਵੀ ਇਹ ਕੰਮ ਕਰਨਾ ਚਾਹੀਦਾ, ਭੱਜ ਕੇ ਉੱਠ ਜਾਈਦਾ। ਕਹਿੰਦੇ ਤੇ ਇਸ ਇੱਛਾ 'ਚ ਬ੍ਰਹਮ ਦੀ ਉਪਾਧੀ ਮਾਇਆ ਵਿੱਚ ਜਿਹੜੀ ਮਾਇਆ ਵਿੱਚ ਸ਼ੋਭ ਹੋਇਆ, ਮਾਇਆ ਵਿੱਚ ਹਲਬਲ ਖੜਬੜਾਹਟ ਜੀ ਹੋਈ, ਜਦੋਂ ਬ੍ਰਹਮ ਇੱਛਾ ਹੋਈ ਨਾ, ਮਾਇਆ ਨੂੰ ਹਲਚਲ ਜੀ ਹੋਈ, ਤੇ ਉਹ ਕਰਮਵਾਰ ਫਿਰ ਮਾਇਆ ਨੇ ਕੀ ਕੀਤਾ, ਕਰਮ ਤੈਂ ਕੀ ਕੀਤਾ, ਕਰਮਵਾਰ ਭਾਵ ਸਟੈਪ ਬਾਈ ਸਟੈਪ ਆਕਾਸ਼ ਪੈਦਾ ਕੀਤਾ। ਆਕਾਸ਼, ਵਾਯੂ, ਤੇਜ, ਜਲ ਔਰ ਪ੍ਰਿਥਵੀ, ਇਵੇਂ ਸਮਝੋ, ਪਹਿਲਾਂ ਆਕਾਸ਼, ਫਿਰ ਵਾਯੂ ਹਵਾ, ਫਿਰ ਤੇਜ ਅਗਨੀ, ਉਸ ਤੋਂ ਬਾਅਦ ਜਲ ਔਰ ਪ੍ਰਿਥਵੀ। ਜੇ ਪੰਜ ਮਹਾਭੂਤ ਉਤਪੰਨ ਪਏ, ਇਹ ਫਿਰ ਪੰਜ ਮਹਾਭੂਤ, ਪੰਜ ਤੱਤ ਪੈਦਾ ਹੋਏ। ਆਪ, ਵਾਯੂ, ਪ੍ਰਿਥਵੀ, ਤੇਜ, ਆਕਾਸ਼ਾ, ਗੁਰਬਾਣੀ ਜਿਵੇਂ ਆਉਂਦਾ ਹੈ, ਇਹ ਪੰਜ ਤੱਤ ਪੈਦਾ ਉਤਪੰਨ ਹੋਏ। ਠੀਕ ਹੈ ਜੀ। ਤਿੰਨ ਕਾ ਪੰਚੀਕਰਨ ਨਹੀਂ ਬਇਆ ਥਾ, ਫਿਰ ਉਹਨਾਂ ਦਾ ਪੰਚੀਕਰਨ ਨਹੀਂ ਹੋਇਆ ਸੀ, ਕਿਉਂਕਿ ਜਿਹੜੀ ਸ੍ਰਿਸ਼ਟੀ ਹੈ ਨਾ, ਇਹਨਾਂ ਦਾ ਪੰਚੀਕਰਨ ਹੋਇਆ। ਇਹਦਾ ਅੱਗੇ ਪੂਰਾ ਖੋਲ ਕੇ ਆਊਗਾ, ਜੇ ਸਮਝ ਮਾਤਰ ਤੁਸੀਂ ਇੰਨਾ ਸਮਝ ਲਓ, ਪੰਚੀਕਰਨ ਜਿਹੜਾ ਕਹਿ ਦਿੱਤਾ ਇੰਨਾ ਹੀ ਸਮਝ ਲਓ, ਅੱਗੇ ਪੰਚੀਕਰਨ ਕਿਹਨੂੰ ਕਹਿੰਦੇ ਆਊਗਾ ਖੋਲ ਕੇ। ਤਿੰਨ ਕਾ ਪੰਚੀਕਰਨ ਨਹੀਂ ਭਇਆ ਥਾ ਤਬ ਆਪੰਚੀਕ੍ਰਿਤ ਥੇ, ਤਦੋਂ ਕੀ ਆਪੰਚੀਕ੍ਰਿਤ ਭਾਵ ਜਿਨ੍ਹਾਂ ਦਾ ਪੰਚੀਕਰਨ ਨਹੀਂ ਹੋਇਆ ਉਹਨੂੰ ਕਹਿੰਦੇ ਆਪੰਚੀਕ੍ਰਿਤ, ਜਿਨ੍ਹਾਂ ਦਾ ਪੰਚੀਕਰਨ ਨਹੀਂ ਹੋਇਆ। ਭਾਵ ਇਹ ਪੰਜ ਤੱਤ ਸੀ ਨਾ ਜੋ, ਉਹ ਪੰਜੀ ਰੂਪਾਂ ਵਿੱਚ ਵੰਡੇ ਗਏ ਸੀ। ਠੀਕ ਹੈ ਨਾ, ਇਹ ਪੰਜ ਤੱਤ ਪੰਜੀ ਰੂਪਾਂ ਵਿੱਚ ਹੋ ਗਏ ਸੀ। ਭਾਵ ਇੱਕ ਤੱਤ ਜਿਹੜਾ ਹੈ ਬਾਕੀ ਚੌਹਾਂ ਵਿੱਚ, ਇੱਕ ਆਪਣੇ 'ਚ ਤਾਂ ਮਿਲਿਆ ਚੌਹਾਂ ਵਿੱਚ ਵੀ ਜਾ ਕੇ ਮਿਲਿਆ ਸੀ, ਚੌਹਾਂ ਤੱਤਾਂ ਹੋਰਾਂ 'ਚ। ਇਸੇ ਤਰ੍ਹਾਂ ਸਾਰੇ ਉਹ ਪੰਜੀ ਹੋ ਗਏ, ਪੰਜੂ ਪੰਜਾ ਪੰਜੀ, ਇੱਕ ਤੱਤ ਨੂੰ ਮਤਲਬ ਪੰਜ ਪੰਜ ਹਿੱਸਿਆਂ 'ਚ ਵੰਡਿਆ ਗਿਆ ਸੀ, ਤਾਂ ਕਰਕੇ ਉਹਨੂੰ ਪੰਚੀਕਰਨ ਕਿਹਾ ਜਾਂਦਾ ਹੈ। ਤਬ ਆਪੰਚੀਕ੍ਰਿਤ ਥੇ, ਤਦ ਆਪੰਚੀਕ੍ਰਿਤ ਸੀ। ਤਿੰਨ ਤੇ ਭਾਵ ਉਹਨਾਂ ਪੰਜ ਮਹਾਭੂਤਾਂ ਤੋਂ ਸਮਸ਼ਟੀ ਵਿਅਸ਼ਟੀ ਰੂਪ ਸੂਖਸ਼ਮ ਸ੍ਰਿਸ਼ਟੀ ਹੋਏ ਗਏ, ਅਤੇ ਉਹਨਾਂ ਤੋਂ ਸਮਸ਼ਟੀ ਅਤੇ ਵਿਅਸ਼ਟੀ ਭਾਵ ਸਮਸ਼ਟੀ ਸਾਰੀ, ਵਿਅਸ਼ਟੀ ਭਾਵ ਇਕੱਲੀ ਇਕੱਲੀ ਆ ਵੱਖਰਾ ਵੱਖਰਾ, ਜਿਵੇਂ ਅਸੀਂ ਇੱਕ ਇੱਕ ਹੁੰਦਾ ਵਾ। ਸਮਸ਼ਟੀ ਵਿਅਸ਼ਟੀ ਰੂਪ ਸੂਖਸ਼ਮ ਸ੍ਰਿਸ਼ਟੀ ਹੋਏ ਗਏ, ਸੂਖਸ਼ਮ ਸ੍ਰਿਸ਼ਟੀ ਹੋਈ। ਅੱਗੇ ਸਭ ਆਉਣ ਵਾਲਾ ਜਿਹੜੀ ਸੂਖਮ ਸ੍ਰਿਸ਼ਟੀ ਹੋ ਗਏ। ਪਿੱਛੇ ਈਸ਼ਵਰ ਕੀ ਇੱਛਾ ਸੀ, ਪਿੱਛੋਂ ਈਸ਼ਵਰ ਦੀ ਇੱਛਾ ਨਾਲ ਜਬ ਤਿਨਕਾ ਪੰਚੀਕਰਨ ਹੋਇਆ, ਈਸ਼ਵਰ ਦੀ ਇੱਛਾ ਨਾਲ ਜਦੋਂ ਇਹਨਾਂ ਪੰਜ ਮਹਾਭੂਤਾਂ ਦਾ ਪੰਚੀਕਰਨ ਹੋਇਆ, ਤਬ ਸੋ ਭੂਤ ਪੰਚੀਕ੍ਰਿਤ ਪਏ, ਤਦੋਂ ਉਹ ਭੂਤ ਪੰਜ ਭੂਤ ਪੰਚੀਕ੍ਰਿਤ ਹੋਏ, ਭਾਵ ਇਹਨਾਂ ਦਾ ਪੰਚੀਕਰਨ ਹੋਇਆ। ਤਿੰਨ ਤੇ ਸਮਸ਼ਟੀ ਵਿਅਸ਼ਟੀ ਰੂਪ ਸਥੂਲ ਸ੍ਰਿਸ਼ਟੀ ਪਈ, ਫਿਰ ਉਹਨਾਂ ਤੋਂ ਸਮਸ਼ਟੀ ਤੇ ਵਿਅਸ਼ਟੀ ਰੂਪ ਸਥੂਲ ਸ੍ਰਿਸ਼ਟੀ ਪਈ। ਸਮਸ਼ਟੀ ਭਾਵ ਜਿਹੜੀ ਸਾਰੀ ਤੁਸੀਂ ਵੇਖ ਰਹੇ ਹੋ ਸਾਹਮਣੇ ਦਿਖ ਰਹੀ ਸ੍ਰਿਸ਼ਟੀ, ਤੇ ਸਥੂਲ ਭਾਵ ਜਿਹੜੀ ਵਿਅਸ਼ਟੀ ਕੀ ਭਾਵ ਜਿਵੇਂ ਕੱਲੀ ਕੱਲੀ ਵਸਤੂ ਵੇਖ ਰਹੇ ਨੇ, ਅਸਥੂਲ ਇਹ ਇਕੱਲੀ ਹੋ ਗਈ, ਇਹ ਵਿਅਸ਼ਟੀ ਰੂਪ ਹੋ ਗਈ, ਤੇ ਜੋ ਸਾਰੇ ਵੇਖ ਰਹੇ ਹੋ ਇਹ ਸਮਸ਼ਟੀ ਰੂਪ ਹੋ ਗਈ। ਇਵੇਂ ਸਥੂਲ ਸ੍ਰਿਸ਼ਟੀ ਹੋਈ। ਪਹਿਲਾਂ ਸੂਖਮ ਸ੍ਰਿਸ਼ਟੀ ਹੋਈ ਜਿਹੜੀ ਨਹੀਂ ਨਜ਼ਰੀ ਆ ਰਹੀ, ਤੇ ਜਿਹੜੀ ਨਜ਼ਰੀ ਆ ਰਹੀ ਸਥੂਲ ਸ੍ਰਿਸ਼ਟੀ ਹੋਈ ਜਦੋਂ ਉਹਨਾਂ ਦਾ ਪੰਚੀਕਰਨ ਹੋਇਆ ਪੰਜ ਮਹਾਭੂਤਾਂ ਦਾ। ਤਿੰਨਵੇਂ समष्टि स्थूल सूक्ष्म कारण प्रपंच का अभिमानी जीव की दृष्टि से ईश्वर है। ਤਿੰਨਵੇਂ ਕਹੀਏ ਉਹਨਾਂ ਵਿੱਚ ਇਹ ਪੰਜ ਭੂਤਾਂ ਦੇ ਵਿੱਚ ਜਿਹੜੇ ਸਮਸ਼ਟੀ ਸਥੂਲ ਤੇ ਸੂਖਸ਼ਮ ਤੇ ਕਾਰਨ ਪ੍ਰਪੰਚ ਆ। ਠੀਕ ਹੈ ਜੀ। ਅੱਜ ਵੀ ਸਾਡੇ ਸਰੀਰ ਹੈ ਨਾ, ਇਹ ਸਮਸ਼ਟੀ ਸਥੂਲ ਆ, ਸਥੂਲ ਸਾਡੇ ਸੂਖਸ਼ਮ ਕਾਰਨ ਪ੍ਰਪੰਚ ਆ ਜਿਹੜਾ ਸਾਹਮਣੇ ਦਿਖ ਰਿਹਾ। प्रपंच का अभिमानी जीव की दृष्टि से, जीव की दृष्टि नाल ईश्वर है। आ जिन्ना प्रपंच है समष्टि भाव आ जिन्ने सथूल सूक्ष्म कार शरीर है ये सारिਆਂ ਦਾ ਅਭਿਮਾਨੀ ਕੌਣ ਆ? ਜੀਵ ਦੀ ਦ੍ਰਿਸ਼ਟੀ ਨਾਲ ਈਸ਼ਵਰ। ਤੇ ਵਿਅਸ਼ਟੀ ਸਥੂਲ ਸੂਖਸ਼ਮ ਕਾਰਨ ਪ੍ਰਪੰਚ ਦਾ ਅਭਿਮਾਨੀ ਜੀਵ। ਭਾਵ ਜਿਹੜਾ ਸਥੂਲ ਸਰੀਰ ਮੇਰਾ ਹੈ, ਸੂਖਸ਼ਮ ਸਰੀਰ ਮੇਰਾ ਹੈ, ਕਾਰਨ ਸਰੀਰ ਮੇਰਾ ਹੈ, ਇਸ ਰੂਪੀ ਪ੍ਰਪੰਚ ਦਾ ਅਭਿਮਾਨੀ ਕੌਣ? ਜੀਵ। ਭਾਵ ਜੋ ਜਿਹਨੂੰ ਜੀਵ ਕਿਹਾ ਨਾ, ਜਿਹਦੇ ਬਾਰੇ ਆਪਾਂ ਹੁਣੇ ਪੜ੍ਹਿਆ, ਅਲਪੱਗ ਜੀਵ, ਅਵਿਦਿਆ ਦੀ ਉਪਾਧੀ ਵਾਲਾ, ਜੋ
ਕੂਟਸਥ ਬ੍ਰਹਮ ਦਾ ਜਿਹੜਾ ਪ੍ਰਤੀਬਿੰਬ ਅਵਿਦਿਆ ਵਿੱਚ ਪਿਆ ਹੈ। ਬ੍ਰਹਮ ਭਾਵ ਕੂਟਸਥ, ਅਵਿਦਿਆ ਤੇ ਬ੍ਰਹਮ ਦਾ ਪ੍ਰਤੀਬਿੰਬ, ਕੂਟਸਥ ਦਾ ਪ੍ਰਤੀਬਿੰਬ, ਇਹ ਤਿੰਨੇ ਮਿਲ ਕੇ ਕੀ ਹੋਇਆ? ਜੀਵ ਅਲਪੱਗ। ਤੇ ਅਸੀਂ ਜਦੋਂ ਵਿਅਸ਼ਟੀ ਰੂਪ ਵਿੱਚ ਵੇਖਾਂਗੇ, ਜਿੱਦਾਂ ਹੁਣ ਮੈਂ ਇਕੱਲਾ ਹਾਂ, ਮੇਰਾ ਸਥੂਲ, ਸੂਖਸ਼ਮ ਤੇ ਕਾਰਨ, ਇਹ ਸਰੀਰ ਕੀ, ਇਹਨੂੰ ਪ੍ਰਪੰਚ ਕਿਹਾ ਜਾਂਦਾ ਹੈ। ਜੋ ਪੰਜ ਤੱਤਾਂ ਦਾ ਵਿਸਥਾਰ ਹੈ ਉਹੀ ਪ੍ਰਪੰਚ ਆ। ਸਮਸ਼ਟੀ ਰੂਪ ਵਿੱਚ ਜਿਹੜੇ ਤਿੰਨ ਸਰੀਰ ਹੈ, ਸਮਸ਼ਟੀ ਰੂਪ ਵਿੱਚ ਜੋ ਵੀ ਸ੍ਰਿਸ਼ਟੀ ਦਿਖ ਰਹੀ ਹੈ ਤੁਹਾਨੂੰ, ਸਮਸ਼ਟੀ, ਸਥੂਲ, ਸੂਖਸ਼ਮ, ਕਾਰਨ, ਇਸ ਪ੍ਰਪੰਚ ਦਾ ਅਭਿਮਾਨੀ ਕੀ ਆ? ਈਸ਼ਵਰ। ਤੇ ਜਿਹੜਾ ਵਿਅਸ਼ਟੀ ਰੂਪ ਜਿਵੇਂ ਮੈਂ ਇਕੱਲਾ ਹਾਂ, ਤੁਸੀਂ ਇਕੱਲੇ ਇਕੱਲੇ ਬੈਠੇ ਹੋ, ਇਸ ਦਾ ਅਭਿਮਾਨੀ ਕੌਣ ਹੈ? ਜੀਵ। ਤਿੰਨ ਮੈਂ ਕਹਿੰਦੇ ਇਹਨਾਂ ਵਿੱਚ ਈਸ਼ਵਰ ਸਰਵੱਗ ਹੋਣੇ ਤੇ ਨਿਤ ਮੁਕਤ ਹੈ, ਔਰ ਜੀਵ ਅਲਪੱਗ ਹੋਣੇ ਤੇ ਬੱਧ ਹੈ। ਈਸ਼ਵਰ ਕੀ ਹੈ? ਸਰਬੱਗ, ਕਿਉਂਕਿ ਸਮਸ਼ਟੀ ਰੂਪ ਵਿੱਚ ਉਹ ਸਰਬੱਗ ਕਿਵੇਂ ਹੈ? ਉਹ ਸਰਬ ਕੁਝ ਜਾਣਦਾ ਹੈ। ਕਰਤਾ ਹੋਣੇ ਕਰਕੇ ਸਰਬੱਗ ਹੈ। ਤੇ ਨਿਤ ਮੁਕਤ ਹੈ। ਨਿਤ ਮੁਕਤ ਕਿਵੇਂ ਹੈ? ਕਿ ਉਹ ਕਿਸੇ ਬੰਧਨ ਵਿੱਚ ਨਹੀਂ, ਉਹਨੂੰ ਕੋਈ ਬੰਧਨ ਨਹੀਂ ਹੈ। ਉਹ ਆਪ ਹੀ ਸ੍ਰਿਸ਼ਟੀ ਪੈਦਾ ਕਰਕੇ ਉਹਦੇ ਬੰਧਨ ਵਿੱਚ ਨਹੀਂ ਹੈ, ਮੁਕਤ ਹੈ। ਔਰ ਜੀਵ ਅਲਪੱਗ ਹੈ, ਅਲਪ ਗਿਆਤਾ। ਖੁਦ ਵੇਖੋ, ਪੈਦਾ ਹੋ ਕੇ ਵੀ ਇਸਨੂੰ ਆਪਣਾ ਆਪ ਦਾ ਨਹੀਂ ਪਤਾ, ਉਹਨੂੰ ਆਪਣੇ ਆਪ ਦਾ ਪਤਾ ਹੈ ਈਸ਼ਵਰ ਨੂੰ, ਮੈਂ ਕੌਣ ਹਾਂ। ਤੇ ਜਿਸਨੇ ਮਾਇਆ ਨੂੰ ਵਸ ਵਿੱਚ ਕੀਤਾ ਹੋਇਆ ਈਸ਼ਵਰ ਨੇ। ਤੇ ਜੀਵ ਕੀ ਆ? ਅਵਿਦਿਆ ਤੋਂ ਪੈਦਾ ਹੋਇਆ, ਵਿਦਿਆ ਦੇ ਵਾਸੀ। ਇਹਨੂੰ ਆਪਣੇ ਆਪ ਦਾ ਗਿਆਨ ਨਹੀਂ, ਆਪਣੇ ਸਰੂਪ ਦਾ ਗਿਆਨ ਨਹੀਂ, ਇਸ ਕਰਕੇ ਬੱਧ ਹੈ। ਕੁਝ ਵੀ ਜਿਹਨੂੰ ਗਿਆਨ ਨਹੀਂ ਹੈ, ਆਪਣੇ ਆਪ ਦਾ ਪਤਾ ਨਹੀਂ, ਫਿਰ ਬੱਧ ਗਿਆ, ਬੰਨਿਆ ਹੋਇਆ, ਬੰਧਨਾਂ ਦਾ ਸਹਿਬ। ਅਵਿਦਿਆ ਤੋਂ ਪੈਦਾ ਹੋ ਕੇ ਅਗਿਆਨੀ ਐਸਾ ਬਣ ਗਿਆ, ਇਹ ਪ੍ਰਪੰਚ ਰੂਪੀ ਜਿਹੜਾ ਇਹ ਸਰੀਰ ਹੈ, ਇਸ ਵਿੱਚ ਹੀ ਫਸ ਗਿਆ, ਇਸ ਦਾ ਹੀ ਬੰਨਿਆ ਗਿਆ, ਇਹਦੇ ਬੰਧਨਾਂ 'ਚ ਪੈ ਗਿਆ। ਸਰੀਰ ਨਾਲ, ਸਰੀਰ ਦੇ ਨਾਮ 'ਚ, ਸਰੀਰ ਦੀ ਬਣੀ ਹੋਈ ਜਾਤੀ, ਸਰੀਰ ਦੇ ਨਾਲ ਬਣੇ ਹੋਏ ਰਿਸ਼ਤੇਦਾਰ, ਸੰਬੰਧੀ, ਇਹਨਾਂ ਨਾਲ ਹੀ ਬੰਨਿਆ ਗਿਆ ਹੈ। ਇਸ ਰੀਤੀ ਸਹਿ ਸ਼ੁੱਧ ਬ੍ਰਹਮ ਵਿਸ਼ੇ ਪ੍ਰਪੰਚ ਦਾ ਆਰੋਪ ਹੁਆ ਹੈ। ਇਸ ਰੀਤੀ ਨਾਲ ਸ਼ੁੱਧ ਬ੍ਰਹਮ ਵਿੱਚ ਪ੍ਰਪੰਚ ਦਾ ਆਰੋਪ ਹੋਇਆ ਹੈ। ਠੀਕ ਹੈ ਜੀ। ਪ੍ਰਪੰਚ ਦਾ ਆਰੋਪ ਕਿਵੇਂ ਹੋਇਆ? ਇਸ ਰੀਤੀ ਨਾਲ ਹੋਇਆ ਹੈ। ਠੀਕ ਹੈ ਜੀ। ਸ਼ੁੱਧ ਬ੍ਰਹਮ ਵਿੱਚ ਕਲਪਤ ਈਸ਼ਵਰ, ਕਲਪਤ ਜੀਵ, ਅਨਾਦਿ ਕਲਪਿਤ, ਜੋ ਉਸ ਸ਼ੁੱਧ ਬ੍ਰਹਮ ਵਿੱਚ ਜਿਹੜੇ ਆ ਕਲਪੇ ਹੋਏ ਆ। ਤੇ ਉਸ ਸ੍ਰਿਸ਼ਟੀ ਦਾ ਮਤਲਬ ਵੇਖੋ, ਲੈ ਚਿੰਤਨ, ਉਹਦੀ ਆਰੰਭਤਾ ਦੱਸ ਕੇ ਤੇ ਸਾਰਾ ਉਹਨਾਂ ਦੱਸ ਕੇ ਕਹਿ ਦਿੱਤਾ ਵੀ ਇਸ ਰੀਤੀ ਨਾਲ ਸ਼ੁੱਧ ਬ੍ਰਹਮ ਵਿਸ਼ੇ ਪ੍ਰਪੰਚ ਦਾ ਆਰੋਪ ਹੋਇਆ ਹੈ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰ ਦਈਏ। ਅੱਗੇ ਜਿਹੜਾ 34ਵਾਂ ਪ੍ਰਸ਼ਨ ਹੈ ਉਹ ਆਪਾਂ ਪੜ੍ਹਾਂਗੇ। ਜੇ ਮਹਾਰਾਜ ਦੀ ਕਿਰਪਾ ਹੋਈ ਤਾਂ ਕੱਲ੍ਹ ਇਸ ਅਧਿਆਇ ਦੀ ਆਪਾਂ ਸਮਾਪਤੀ ਕਰ ਹੀ ਦੇਣੀ ਹੈ। ਸੋ ਅੱਜ ਇੱਥੇ ਆਪਣੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।